ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 283 ਤੇ ਅੱਧ ਵਿਚਾਲੇ ਜੇ ਕਰਕੇ ਲਿਖਿਆ 6 ਨੰਬਰ 15ਵੀਂ ਅਸ਼ਟਪਦੀ ਚੱਲ ਰਹੀ ਹੈ। ਮਿਰਤਕ ਕੋ ਜੀਵਾਲਣ ਹਾਰ, ਭੂਖੇ ਕੋ ਦੇਵਤ ਆਧਾਰ। ਪਰਮਾਤਮਾ ਜਿਹੜਾ ਹੈ ਮੁਰਦੇ ਨੂੰ ਵੀ ਜਿਉਂਦਿਆਂ ਕਰ ਸਕਦਾ ਹੈ। ਉਹ ਸਮਰੱਥ ਹੈ। ਮਾਰੈ ਰੱਖੈ ਏਕੋ ਆਪ। ਮਾਰਨ ਵਾਲਾ ਵੀ ਉਹੀ ਅਤੇ ਜਿਉਂਦਾ ਰੱਖਣ ਵਾਲਾ ਵੀ ਉਹੀ। ਰੱਬ ਦੀ ਤਾਂ ਗੱਲ ਦੂਰ ਹੈ ਅਤੇ ਗੁਰੂਆਂ ਦੇ ਪੁੱਤਰਾਂ ਨੇ ਵੀ ਮਰੇ ਨੂੰ ਜਿਉਂਦਿਆਂ ਕਰਤਾ ਸੀ। 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਬਾਬਾ ਅਟਲ ਜੀ, ਉਹਨਾਂ ਦਾ ਦੋਸਤ ਮਰ ਗਿਆ, ਸੱਪ ਲੜ ਗਿਆ ਮੋਹਨ ਨੂੰ, ਉਹਨਾਂ ਨੂੰ ਜਿਉਂਦਾ ਕਰਤਾ। 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਨੇ ਮਰੀ ਹੋਈ ਗਊ ਨੂੰ ਜਿਉਂਦਾ ਕਰਤਾ ਸੀ। ਸੋ ਪਰਮਾਤਮਾ ਤਾਂ ਸਭ ਕੁਛ ਹੀ ਕਰ ਸਕਦਾ ਹੈ। ਮਿਰਤਕ ਉਹ ਜੀਵਾਲਣ ਹਾਰ, ਉਹ ਮਰੇ ਨੂੰ ਵੀ ਜਿਉਂਦੇ ਕਰਨ ਵਾਲਾ ਹੈ। ਭੁੱਖੇ ਕੋ ਦੇਵਤ ਆਧਾਰ, ਅਤੇ ਭੁੱਖੇ ਨੂੰ ਰੋਟੀ ਦਿੰਦਾ ਹੈ। ਸਮਰੱਥ ਹੈ। ਸਰਮ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਉਹਦੀ ਨਜ਼ਰ 'ਚ ਸਾਰੇ ਖਜ਼ਾਨੇ ਨੇ। ਪੁਰਬ ਲਿਖੇ ਕਾ ਲੈਣਾ ਪਾਹੇ, ਪਰ ਇਹ ਜੀਵ ਉਹੀ ਮਿਲਦਾ ਜੋ ਲਿਖਾ ਕੇ ਲਿਆ ਹੈ। ਸਾਰੇ ਖਜ਼ਾਨੇ ਪਰਮਾਤਮਾ ਕੋਲ ਨੇ, ਉਹਦੀ ਨਜ਼ਰ 'ਚ ਨੇ, ਪਰ ਜੀਵਾਂ ਨੂੰ ਉਹੀ ਮਿਲਦਾ ਜੋ ਲਿਖਾ ਕੇ ਲਿਆਏ ਨੇ। ਹੁਣ ਹਿੰਦੁਸਤਾਨ ਦੇ ਵਿੱਚ ਅਨਾਜ ਦੀ ਕੋਈ ਕਮੀ ਨਹੀਂ, ਪਰ ਹਿੰਦੁਸਤਾਨ ਦੇ 18 ਕਰੋੜ ਲੋਕ ਰਾਤ ਨੂੰ ਭੁੱਖੇ ਸੌਂਦੇ ਨੇ। ਹਾਲਾਂਕਿ ਅਨਾਜ ਦੀ ਕੋਈ ਕਮੀ ਨਹੀਂ, ਫਾਲਤੂ ਹੈ, ਗਲ ਰਿਹਾ ਹੈ ਬਰਸਾਤਾਂ। ਪਰ ਨਹੀਂ, ਜੋ ਭੁੱਖ ਨੰਗ ਲਿਖਾ ਕੇ ਲਿਆ ਉਹਨੇ ਫਿਰ ਇਸ ਤਰ੍ਹਾਂ ਰਹਿਣਾ ਹੈ। ਉਹੀ ਮਿਲਣਾ ਜੋ ਲਿਖਾ ਲਿਆ ਹੈ। ਆਲੇ ਦੁਆਲੇ ਭਾਵੇਂ ਕਿੰਨੇ ਹੀ ਹੋਵੇ। ਜਿਵੇਂ ਇੱਕ ਸੱਸ ਸੀ, ਉਹ ਥੋੜ੍ਹਾ ਸਖਤ ਸੀ, ਆਪਣੀ ਨੂੰਹ ਨੂੰ ਇੱਕੋ ਕੜਛੀ ਦਾਲ ਦਿਆ ਕਰਦੇ ਸੀ। ਇੱਕ ਦਿਨ ਪ੍ਰਾਹੁਣੇ ਆ ਗਏ, ਨੂੰਹ ਕਾਫੀ ਦਾਲ ਬਣਾ ਰਹੀ ਹੈ, ਨਾਲੇ ਕੜਛੀ ਫੇਰ ਨਾਲੇ ਗੁਣ ਗਣਾ ਰਹੀ ਹੈ। ਅੱਜ ਤਾਂ 2 ਕੜਛੀਆਂ ਮਿਲਣਗੀਆਂ। ਸੱਸ ਕੋਲੋਂ ਲੰਘੀ, ਕਹੇ ਤੈਨੂੰ ਇੱਕੋ ਹੀ ਮਿਲਣੀ ਹੈ। ਸੋ ਇਸ ਲਈ ਜੋ ਭਾਗਾਂ 'ਚ ਉਹੀ ਮਿਲਣਾ। ਆਲੇ ਦੁਆਲੇ ਭਾਵੇਂ ਕਿੰਨੇ ਹੀ ਹੋਵੇ, ਆਲੇ ਦੁਆਲੇ ਭਾਵੇਂ ਕਿੰਨੇ ਹੀ ਹੋਵੇ, ਉਹੀ ਮਿਲਣਾ ਹੈ। ਸਕੇ ਭਰਾ ਹੁੰਦੇ ਨੇ, ਆਪਣਾ ਆਪਣਾ ਲਿਖਾ ਕੇ ਲਿਆਏ ਨੇ। ਮਾਂ ਬਾਪ ਕਿਸੇ ਬੱਚੇ ਨੂੰ ਕਿਸਮਤ ਨਹੀਂ ਦੇ ਸਕਦਾ, ਮਾਂ ਬਾਪ ਜਨਮ ਦਿੰਦੇ ਨੇ। ਕਿਸਮਤ ਹਰ ਬੱਚਾ ਆਪਣੀ ਲਿਖਾ ਕੇ ਲਿਆ ਹੈ। ਤੁਸੀਂ ਕਿਸੇ ਦੀ ਕਿਸਮਤ ਬਣਾ ਨਹੀਂ ਸਕਦੇ। ਉਹਦੀ ਜੋ ਕਿਸਮਤ 'ਚ ਲਿਖਿਆ ਹੋਇਆ ਉਹਦੇ ਅਨੁਸਾਰ ਤੁਸੀਂ ਤੁਰਦੇ ਹੋ। ਸੋ ਕਿਸੇ ਦੇ ਭਾਗਾਂ 'ਚ ਵਿੱਦਿਆ ਲਿਖੀ ਹੁੰਦੀ, ਕਿਸੇ ਦੇ ਭਾਗਾਂ 'ਚ ਅਨਪੜ੍ਹ ਲਿਖਣਾ, ਕਿਸੇ ਦੇ ਭਾਗਾਂ 'ਚ ਅਮੀਰੀ ਲਿਖੀ ਹੁੰਦੀ, ਕਿਸੇ ਭਾਗਾਂ 'ਚ ਗਰੀਬੀ ਲਿਖੀ ਹੁੰਦੀ, ਕਿਸੇ ਦੇ ਭਾਗਾਂ 'ਚ ਨਸ਼ੇ ਲਿਖੇ ਹੁੰਦੇ, ਕਿਸੇ ਦੇ ਭਾਗਾਂ 'ਚ ਵੈਸ਼ਨਪੁਣਾ ਲਿਖਿਆ ਹੁੰਦਾ। ਜੋ ਲਿਖਾ ਕੇ ਲਿਆ, ਬਸ ਪੁਰਬ ਲਿਖੇਗਾ ਲੈਣਾ ਪਾਹੇ। ਪੁਰਬ ਲਿਖੇ, ਇਹ ਜਨਮ ਲੈਣ ਤੋਂ ਪਹਿਲਾਂ ਉਹ ਜੋ ਲਿਖਾ ਕੇ ਲਿਆ ਹੈ ਉਹੀ ਮਿਲਣਾ ਉਸ ਨੂੰ। ਭਾਵ ਪਿਛਲੇ ਕਰਮਾਂ ਅਨੁਸਾਰ ਉਸ ਨੂੰ ਮਿਲਣਾ ਹੈ, ਹੁਣ ਦੇ ਕਰਮ ਅਨੁਸਾਰ ਨਹੀਂ। ਸਭ ਕੁਛ ਤਿਸਕਾ ਉਹ ਕਰਨਾ ਜੋ, ਸਾਰਾ ਕੁਝ ਉਸੇ ਦਾ ਹੈ ਅਤੇ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਯੋਗ ਮਨੇ ਯੋਗ ਸਮਰੱਥ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਉਸ ਤੋਂ ਬਿਨਾਂ ਦੂਜਾ ਕੋਈ ਨਾ ਉਹਦੇ ਵਰਗਾ ਹੈ, ਨਾ ਉਹਦੇ ਵਰਗਾ ਕੋਈ ਹੋਣਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ। ਸਭ ਤੋਂ ਉੱਚੀ ਅਤੇ ਸਭ ਤੋਂ ਪਵਿੱਤਰ ਕਰਨੀ ਕੀ ਹੈ? ਦਿਨ ਰਾਤ ਕਹਿੰਦਾ ਪਰਮਾਤਮਾ ਨਾਮ ਜਪੋ। ਬਸ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰੋ। ਕਈ ਕਹਿੰਦੇ ਨੇ ਵੀ ਹਰੀ ਦਾ ਨਾਮ ਜਪੋ ਅਤੇ ਨਿਰਮਲ ਕਰਮ ਕਰੋ। ਨਹੀਂ, ਨਿਰਮਲ ਕਰਮ, ਕਰਮ ਮੰਮੇ ਨੂੰ ਔਕੜ ਹੈ। ਹਰੀ ਦਾ ਨਾਮ ਜਪਣਾ ਹੀ ਨਿਰਮਲ ਕਰਮ ਹੈ। ਸਾਰੇ ਧਾਰਮਿਕ ਕਰਮਾਂ 'ਚ ਸ੍ਰੇਸ਼ਟ ਕਰਮ ਹੈ ਪਰਮਾਤਮਾ ਦਾ ਨਾਮ ਜਪਣਾ। ਸੋ ਸਾਰੀਆਂ ਕਰਨੀਆਂ ਦੇ ਵਿੱਚ ਸ੍ਰੇਸ਼ਟ ਕਰਨੀ ਹੈ ਉਹਦਾ ਨਾਮ ਜਪਣਾ।
ਜਪ ਜਨ ਸਦਾ ਸਦਾ ਦਿਨ ਰਹਿਣੀ ਰਾਤ। ਹੇ ਇਨਸਾਨ ਤੂੰ ਦਿਨ ਰਾਤ ਪਰਮਾਤਮਾ ਦਾ ਨਾਮ ਜਪ। ਸਭ ਤੇ ਊਚ ਨਿਰਮਲੇ ਕਰਨੀ। ਸਭ ਤੋਂ ਉੱਚੀ ਅਤੇ ਸਭ ਤੋਂ ਨਿਰਮਲ ਕਰਨੀ ਇਹੀ ਹੈ ਕਿ ਤੂੰ ਦਿਨ ਰਾਤ ਪਰਮਾਤਮਾ ਦਾ ਨਾਮ ਜਪ। ਹੁਣ ਕੋਈ ਜਪੇ ਨਾ ਜਪੇ। ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ। ਪਰਮਾਤਮਾ ਨੇ ਕਿਰਪਾ ਕਰਕੇ ਜਿਸ ਨੂੰ ਨਾਮ ਦੀ ਦਾਤ ਦਿੱਤੀ, ਉਹ ਵਿਅਕਤੀ ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ। ਨਾਮ ਜਪ ਜਪ ਕੇ ਉਹਨੇ ਮਨ ਦੀ ਸਾਰੀ ਮੈਲ ਲਾਤੀ, ਸ਼ੁੱਧ ਅਤੇ ਪਵਿੱਤਰ ਹੋ ਗਿਆ। ਜਿਉਂ ਹੀ ਨਿਰਮਲ ਹੁੰਦਾ ਹੈ ਤਿਉਂ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਬਸ ਪਰਮਾਤਮਾ ਦੀ ਇੱਕੋ ਹੀ ਸ਼ਰਤ ਹੈ ਵੀ ਆਪਣੇ ਮਨ ਨੂੰ ਸਾਫ਼ ਕਰ ਲੈ। ਮੈਂ ਗੰਦਗੀ ਥਾਂ 'ਤੇ ਨਹੀਂ ਪ੍ਰਗਟ ਹੋਣਾ, ਮੈਂ ਤਾਂ ਸਾਫ਼ ਥਾਂ 'ਤੇ ਹੋਣਾ ਹੈ। ਸਾਧਨ ਤੇ ਨਾਮ ਦਿੱਤਾ ਹੈ ਵੀ ਮੇਰਾ ਹੀ ਨਾਮ ਜਪ। ਪਰਮਾਤਮਾ ਕਹਿੰਦਾ ਮੇਰਾ ਨਾਮ ਜਪ, ਤੇਰੇ ਮਨ ਦੀ ਸਾਰੀ ਮੈਲ ਲੈ ਜਾਏਗੀ। ਜਦੋਂ ਮਨ ਦੀ ਮੈਲ ਲੈ ਗਈ ਮੈਂ ਪ੍ਰਗਟ ਹੋ ਜਾਵਾਂਗਾ। ਜਦੋਂ ਮੈਂ ਪ੍ਰਗਟ ਹੋ ਜਾਵਾਂਗਾ ਤੇਰਾ ਜੰਮਣ ਮਰਨ ਖਤਮ ਹੋ ਜਾਏਗਾ, ਤੂੰ ਮੇਰੇ ਵਿੱਚ ਰਲ ਜਾਏਗਾ। ਬਸ ਹੁਣ ਇਹ ਤਾਂ ਦਾਤਾ ਕਿਰਪਾ ਕਰੇ ਅਸੀਂ ਵੱਧ ਤੋਂ ਵੱਧ ਨਾਮ ਜਪੀਏ, ਨਹੀਂ ਤਾਂ ਆ ਸਾਰਾ ਕੁਝ ਪੜ੍ਹਿਆ ਹੋਇਆ 5-7 ਮਿੰਟਾਂ ਨੂੰ ਭੁੱਲ ਭੁਲਾ ਜਾਣਾ ਹੈ। ਫਿਰ ਜੈਸੇ ਥੇ ਜਾ ਕੇ ਮਨ ਕੁਰਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਜਿਹਨੂੰ ਗੁਰੂ 'ਤੇ ਵਿਸ਼ਵਾਸ ਆ ਗਿਆ ਵੀ ਗੁਰੂ ਮਹਾਰਾਜ ਜੋ ਕਹਿੰਦੇ ਨੇ ਠੀਕ ਕਹਿੰਦੇ, ਜਿਹਨੂੰ ਵਿਸ਼ਵਾਸ ਆ ਗਿਆ ਬਸ ਗੱਲ ਬਣ ਜਾਣੀ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਪਰਮਾਤਮਾ ਦੇ ਹਿਰਦੇ 'ਚ ਵਸ ਜਾਂਦਾ ਹੈ ਕਿਉਂਕਿ ਉਹਨੂੰ ਗੁਰੂ 'ਤੇ ਵਿਸ਼ਵਾਸ ਆ ਗਿਆ ਹੈ। ਅਤੇ ਗੁਰੂ ਕਹਿੰਦਾ ਹੈ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ। ਬਸ ਜੇ ਵਿਸ਼ਵਾਸ ਗੁਰੂ 'ਤੇ ਹੈਗਾ ਤਾਂ ਹੀ ਇਸ ਲਾਈਨ 'ਤੇ ਪਹਿਰਾ ਦੇਗਾ। ਜੇ ਵਿਸ਼ਵਾਸ ਹੀ ਨਹੀਂ ਫਿਰ ਪੜ੍ਹ ਕੇ ਬਸ ਅੱਗੇ ਲੰਘ ਜਾਏਗਾ, ਪੜ੍ਹ ਕੇ ਅੱਗੇ ਲੰਘ ਜਾਏਗਾ। ਅਤੇ ਐਂ ਦੁਨੀਆ ਪੜ੍ਹ ਕੇ ਅੱਗੇ ਲੰਘ ਜਾਂਦੀ ਹੈ। ਅੱਗੇ ਕਹਿੰਦੇ ਭਗਤ ਭਗਤ ਸੁਣੀਆਂ ਤਿਹੁ ਲੋਏ। ਜਦੋਂ ਗਿਣਤੀ ਦਿੱਤੀ ਹੋਵੇ, ਸ਼ਬਦ ਗਿਣਤੀ ਦੱਸਦਾ ਹੋਵੇ ਅਤੇ ਹਾਹੇ ਨੂੰ ਔਂਕੜ ਜਾਂ ਦਲੈਂਕ ਲੱਗੇ ਹੋਣ ਤਾਂ ਉੱਥੇ ਟਿੱਪੀ ਲਾ ਕੇ ਬੋਲਣਾ। ਤਿਉਂ ਦੂੰ ਚੌਂ, ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਮ। ਤਿਉਂ 3, ਦੂੰ 2। ਭਗਤ ਭਗਤ ਸੁਣੀਆਂ ਤਿਹੁ ਲੋਏ, ਜਾ ਕੇ ਹਿਰਦੈ ਇੱਕੋ ਹੋਏ। ਜਿਸ ਦੇ ਹਿਰਦੇ ਸਿਰ 'ਤੇ ਸਿਰ ਪਰਮਾਤਮਾ ਵਸਦਾ ਹੈ, ਉਸ ਨੂੰ ਤਿੰਨਾਂ ਲੋਕਾਂ 'ਚ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਭਗਤ ਭਗਤ ਕਰਕੇ ਬੁਲਾਇਆ ਜਾਂਦਾ ਹੈ। ਉਹ ਭਗਤ ਕਰਕੇ ਪ੍ਰਸਿੱਧ ਹੋ ਜਾਂਦਾ ਤਿੰਨਾਂ ਲੋਕਾਂ 'ਚੋਂ। ਕੌਣ? ਜਾ ਕੇ ਹਿਰਦੈ ਇੱਕੋ ਹੋਏ, ਜਿਹਦੇ ਹਿਰਦੇ ਸਿਰ 'ਤੇ ਸਿਰ ਪਰਮਾਤਮਾ ਵਸਦਾ ਹੈ। ਸੱਚ ਕਰਨੀ ਸਚਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ। ਫਿਰ ਜਿਹਦੇ ਹਿਰਦੇ ਦੇ ਵਿੱਚ ਇੱਕ ਤੇ ਇੱਕ ਪਰਮਾਤਮਾ ਹੀ ਵਸਦਾ ਹੈ ਨਾ, ਉਹਦੀ ਕਰਨੀ ਵੀ ਸੱਚ ਅਨੁਸਾਰ ਅਤੇ ਉਹਦੀ ਰਹਿਤ ਵੀ ਸੱਚ ਅਨੁਸਾਰ। ਸੱਚ ਹਿਰਦੇ, ਉਹਦੇ ਹਿਰਦੇ 'ਚ ਵੀ ਸੱਚ, ਸਤਮੁਖ ਕਹਿਤ, ਅਤੇ ਮੂੰਹ ਨਾਲ ਵੀ ਸੱਚ ਆਖਦਾ, ਪਰਮਾਤਮਾ ਦਾ ਨਾਮ ਹੀ ਜਪਦਾ। ਉਹਦੀ ਕਰਨੀ ਵੀ ਪਰਮਾਤਮਾ ਅਨੁਸਾਰ, ਉਹਦੀ ਰਹਿਤ ਵੀ ਪਰਮਾਤਮਾ ਅਨੁਸਾਰ, ਉਹਦੇ ਹਿਰਦੇ 'ਚ ਵੀ ਪਰਮਾਤਮਾ, ਉਹਦੇ ਮੁਖ 'ਤੇ ਵੀ ਪਰਮਾਤਮਾ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਫਿਰ ਉਸ ਬੰਦੇ ਨੂੰ ਗਿਆਨ ਹੋ ਜਾਂਦਾ ਕਿ ਪਰਮਾਤਮਾ ਦੀ ਦ੍ਰਿਸ਼ਟੀ ਸੱਚੀ ਹੈ। ਉਹ ਜਿਹੜਾ ਆਕਾਰ ਬਣਾਇਆ ਸੰਸਾਰ ਹੈ ਇਹ ਸੱਚਾ ਹੈ। ਉਹ ਸੱਚ ਹੀ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਉਸ ਸੱਚੇ ਦਾ ਹੀ ਸਾਰਾ ਪਸਾਰਾ ਹੈ। ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਤ। ਜਿਹਨੇ ਪਰਮਾਤਮਾ ਨੂੰ ਸੱਚ ਕਰਕੇ ਜਾਣ ਲਿਆ। ਕਰੋੜਾਂ ਲੋਕ ਜਿਹੜੇ ਕਿ ਰੱਬ ਹੈ ਹੀ ਨਹੀਂ ਹੈ, ਸੱਚ ਹੀ ਨਹੀਂ ਮੰਨਦੇ ਹੈਗੇ। ਜਿਨ੍ਹਾਂ ਨੇ ਪਰਮਾਤਮਾ ਨੂੰ ਸੱਚ ਕਰਕੇ ਜਾਣ ਲਿਆ, ਕਹਿੰਦੇ ਉਹ ਵਿਅਕਤੀ ਸੱਚ ਸਮਤ, ਸੱਚ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ।
ਇੱਕ ਦਿਨ ਉਹ ਪਰਮਾਤਮਾ ਦੇ ਵਿੱਚ ਹੀ ਰਲ ਜਾਂਦਾ ਹੈ, ਕਿਉਂਕਿ ਉਸਨੇ ਪਰਮਾਤਮਾ ਨੂੰ ਸੱਚ ਕਰਕੇ ਜਾਣ ਲਿਆ। ਕਿ ਜੇ ਤਾਂ ਗੁਰੂ ਦੇ ਪ੍ਰਤੀਤ ਆ ਗਈ, ਜਿਹਨੂੰ ਤੇ ਗੁਰੂ ਤੇ ਪ੍ਰਤੀਤ ਆ ਗਈ ਉਹਨੂੰ ਹਰੀ ਯਾਦ ਆਉਣਾ, ਅਤੇ ਜਿਹਨੇ ਹਰੀ ਤੇ ਪ੍ਰਤੀਤ ਆ ਗਈ ਉਹਨੇ ਹਰੀ ਦੇ ਵਿੱਚ ਵਸ ਜਾਣਾ। ਜਿਹਨੂੰ ਗੁਰੂ ਤੇ ਪ੍ਰਤੀਤ ਆ ਗਈ ਉਹਦੇ ਮਨ 'ਚ ਹਰੀ ਵਸ ਜਾਣਾ ਹੈ, ਅਤੇ ਜਿਹਨੂੰ ਹਰੀ ਤੇ ਪ੍ਰਤੀਤ ਹੋ ਗਈ ਹੈ ਉਹਨੇ ਹਰੀ ਦੇ ਵਿੱਚ ਜਾ ਲੀਨ ਹੋਣਾ ਹੈ। ਸੋ ਪਹਿਲਾਂ ਗੁਰੂ ਤੇ ਪ੍ਰਤੀਤ ਲਿਆਉਣੀ ਪਏਗੀ, ਵਿਸ਼ਵਾਸ ਲਿਆਉਣਾ ਪਏਗਾ ਗੁਰੂ ਦੀ ਗੱਲ 'ਤੇ। ਸ਼ਲੋਕ 16ਵੀਂ ਅਸ਼ਟਪਦੀ ਸ਼ੁਰੂ ਹੁੰਦੀ ਹੈ। ਰੂਪ ਨ ਰੇਖ ਨ ਰੰਗ ਕਿਛ, ਤ੍ਰਿਹੋਂ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਦਾ ਨਾ ਕੋਈ ਰੂਪ ਹੈ, ਨਾ ਰੇਖ, ਨਾ ਕੋਈ ਨਿਸ਼ਾਨੀ ਹੈ, ਨਾ ਰੰਗ, ਨਾ ਕੋਈ ਰੰਗ ਹੈ। ਤ੍ਰਿਹੋਂ ਗੁਣ, ਮਾਇਆ ਦੇ ਤਿੰਨਾਂ ਗੁਣਾਂ ਤੋਂ ਭਿੰਨ ਪਰਮਾਤਮਾ ਅਲੱਗ ਹੈ। ਅਸੀਂ ਤਾਂ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹਾਂ। ਕੋਈ ਰਜੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਕੋਈ ਤਮੋ ਗੁਣੀ ਹੈ। ਅਸੀਂ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹਾਂ, ਪਰ ਪਰਮਾਤਮਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਹੈ। ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਆਪਣੀ ਸੋਝੀ ਉਸੇ ਵਿਅਕਤੀ ਨੂੰ ਦਿੰਦਾ ਹੈ ਜਿਸ 'ਤੇ ਪਰਮਾਤਮਾ ਖੁਸ਼ ਹੈ। ਜਿਸ 'ਤੇ ਪਰਮਾਤਮਾ ਖੁਸ਼ ਹੁੰਦਾ, ਪਰਮਾਤਮਾ ਆਪਣੀ ਸੋਝੀ ਉਸ ਨੂੰ ਦਿੰਦਾ ਵੀ ਆਹ ਲੈ ਸੱਜਣ ਮੈਂ ਆ ਹੂੰ, ਆਪਣੇ ਆਪ ਨੂੰ ਉਸ 'ਤੇ ਪ੍ਰਗਟ ਕਰ ਦਿੰਦਾ। ਅਤੇ ਪਰਮਾਤਮਾ ਦੇ ਪ੍ਰਸੰਨ ਦੋ ਗੱਲਾਂ ਕਰਕੇ ਹੁੰਦਾ, ਇੱਕ ਸ਼ੁਭ ਕਰਮ ਕਰਨ ਵਾਲੇ ਤੇ ਦੂਜਾ ਨਾਮ ਜਪਣ ਵਾਲੇ ਤੇ। ਬਸ ਜਿਹੜਾ ਸ਼ੁਭ ਕਰਮ ਕਰਦਾ, ਨਾਮ ਜਪਦਾ, ਉਸ 'ਤੇ ਗੁਰੂ ਵੀ ਖੁਸ਼, ਉਸ 'ਤੇ ਰੱਬ ਵੀ ਖੁਸ਼, ਉਸ 'ਤੇ ਲੋਕ ਵੀ ਖੁਸ਼। ਲੋਕ ਵੀ ਖੁਸ਼ ਹੋ ਕੇ ਭਲਾ ਇਨਸਾਨ ਹੈ, ਭਾਈ ਨਾਮ ਜਪਦਾ, ਭਲੇ ਕਰਮ ਕਰਦਾ। ਗੁਰੂ ਮਹਾਰਾਜ ਦੇ ਖੁਸ਼ ਹੀ ਖੁਸ਼ ਨੇ ਕਿ ਮੇਰਾ ਸਿੱਖ ਮੇਰੇ ਆਖੇ ਲੱਗਦਾ ਹੈ। ਪਰਮਾਤਮਾ ਖੁਸ਼ ਹੈ ਕਿ ਗੁਰੂ ਦੇ ਆਖੇ ਲੱਗਦਾ ਹੈ, ਕਿਉਂਕਿ ਆਪਾਂ ਗੁਰੂ ਦੇ ਆਖੇ ਲੱਗਦੇ ਗੁਰੂ ਖੁਸ਼, ਅਤੇ ਜਿਸ 'ਤੇ ਗੁਰੂ ਖੁਸ਼ ਉਸ 'ਤੇ ਰੱਬ ਖੁਸ਼ ਹੈ। ਕਹਿੰਦੇ ਹੇ ਨਾਨਕ ਜਿਸ 'ਤੇ ਤੇਰੀ ਖੁਸ਼ੀ ਉਸ 'ਤੇ ਮੇਰੀ ਖੁਸ਼ੀ। ਅਸ਼ਟਪਦੀ। ਅਬਿਨਾਸ਼ੀ ਪ੍ਰਭ ਮਨ ਮੈਂ ਰਾਖ, ਮਾਨਕ ਕੀ ਤੂੰ ਪ੍ਰੀਤ ਤਿਆਗ। ਹੇ ਇਨਸਾਨ, ਮਨੁੱਖ ਦਾ ਪਿਆਰ ਛੱਡ, ਮਨੁੱਖ ਦਾ ਮੋਹ ਛੱਡ, ਪਰਮਾਤਮਾ ਜੋ ਸਦਾ ਰਹਿਣ ਵਾਲਾ ਹੈ ਉਹਨੂੰ ਮਨ 'ਚ ਯਾਦ ਰੱਖ। ਅਖੀਰ ਨੂੰ ਉਹਨੇ ਤੇਰੇ ਕੰਮ ਆਉਣਾ। ਇਹ ਸੰਸਾਰ ਦੇ ਲੋਕ ਉਹਨਾਂ ਚਿਰ ਹੀ ਸਾਡੇ ਕੰਮ, ਜਿੰਨਾ ਚਿਰ ਅਸੀਂ ਜਿਉਂਦੇ ਹਾਂ। ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ, ਕੋਈ ਸਾਡਾ ਰਿਸ਼ਤੇਦਾਰ ਧੀ ਪੁੱਤ ਸਾਡੀ ਅੱਗੇ ਸਹਾਇਤਾ ਨਹੀਂ ਕਰ ਸਕਦਾ। ਅੱਗੇ ਫਿਰ ਪਰਮਾਤਮਾ ਦਾ ਨਾਮ ਹੀ ਨਾਲ ਜਾਂਦਾ ਹੈ, ਉਹ ਲੋਕ ਪਰਲੋਕ ਸਾਡੀ ਸਹਾਇਤਾ ਕਰਦਾ ਹੈ। ਇਸ ਲਈ ਕਹਿੰਦੇ ਜੇ ਪਿਆਰ ਕਰਨਾ ਤੇ ਰੱਬ ਨੂੰ ਕਰੋ। ਇਹ ਨਹੀਂ ਕਿ ਬੰਦਿਆਂ ਨਫ਼ਰਤ ਕਰੋ, ਰੱਬ ਬੰਦਿਆਂ ਦੇ ਵਿੱਚ ਹੀ ਬੈਠਾ ਹੋਇਆ ਹੈ। ਰੱਬ ਆਪਣੀ ਖਲਕਤ ਦੇ ਵਿੱਚ ਹੈ। ਪਰਮਾਤਮਾ ਖਾਲਕ ਹੈ, ਖਲਕਤ ਨੂੰ ਬਣਾਉਣ ਵਾਲਾ ਖਾਲਕ ਫਾਰਸੀ ਦਾ ਸ਼ਬਦ ਹੈ। ਖਲਕਤ ਜਿਹਨੂੰ ਲੋਕ ਜਨਤਾ, ਖਾਲਕ ਜਿਹੜਾ ਹੈ ਆਪਣੀ ਖਲਕਤ ਦੇ ਵਿੱਚ ਹੈ। ਜਿਹੜਾ ਉਹਦੀ ਖਲਕਤ ਨੂੰ ਨਫ਼ਰਤ ਕਰਦਾ, ਪਰਮਾਤਮਾ ਨੂੰ ਪਸੰਦ ਨਹੀਂ ਕਰਦਾ। ਕਹਿੰਦੇ ਇਹਨਾਂ ਨੂੰ ਵੀ ਤਾਂ ਮੈਂ ਹੀ ਬਣਾਇਆ, ਤੂੰ ਕੌਣ ਹੈ ਨਫ਼ਰਤ ਕਰਨ ਵਾਲਾ। ਇਸ ਲਈ ਕਹਿੰਦੇ ਨਫ਼ਰਤ ਨਹੀਂ ਕਰਨੀ, ਪਰ ਜੋ ਸਮਝਾਉਣਾ ਚਾਹੁੰਦੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਮਨੁੱਖ ਦੀ ਪ੍ਰੀਤ ਛੱਡ, ਰੱਬ ਨਾਲ ਪ੍ਰੀਤ ਕਰ। ਤਿਸ ਤੇ ਪਰੈ ਨਾਹੀ ਕਿਛ ਕੋਇ, ਸਰਬ ਨਿਰੰਤਰ ਏਕੋ ਸੋਇ। ਪਰਮਾਤਮਾ ਦੇ ਪਰਾਂ ਦਾ ਕੁਛ ਹੈ ਹੀ ਨਹੀਂ ਹੈ। ਜੋ ਕੁਛ ਹੈ ਉਹਦੇ ਅਧੀਨ ਹੈ, ਉਸ ਤੋਂ ਪਰਾਂ ਕੁਛ ਨਹੀਂ ਹੈ। ਸਰਬ ਨਿਰੰਤਰ ਏਕੋ ਸੋਇ। ਪਰਮਾਤਮਾ ਲਗਾਤਾਰ ਸਭ ਦੇ ਵਿੱਚ ਵਸਦਾ ਹੈ, ਉਸ ਤੋਂ ਬਾਹਰ ਤਾਂ ਕੋਈ ਹੈ ਹੀ ਨਹੀਂ ਹੈ। ਉਹ ਤਾਂ ਸਭ ਦੇ ਵਿੱਚ ਵਸਦਾ ਹੈ,
ਅਤੇ ਹਮੇਸ਼ਾ ਵਸਦਾ ਹੈ। ਆਪੇ ਬੀਨਾ ਆਪੇ ਧਨ। ਬੀਨਾ ਹੁੰਦਾ ਦੇਖਣ ਵਾਲਾ, ਜਾਣਨ ਵਾਲਾ, ਜਿਵੇਂ ਦੂਰਬੀਨ ਦੂਰੋਂ ਦੇਖਣ ਵਾਲੀ, ਖੁਰਦਬੀਨ ਬਰੀਕ ਚੀਜ਼ਾਂ ਨੂੰ ਦੇਖਣ ਵਾਲੀ। ਬੀਨਾ ਹੁੰਦਾ ਦੇਖਣ ਵਾਲਾ, ਦਾਨਾ ਹੁੰਦਾ ਸਿਆਣਾ। ਪਰਮਾਤਮਾ ਜਾਣੀ ਜਾਣ ਹੈ, ਉਹ ਸਿਆਣਾ ਹੈ। ਗਹਿਰ ਗੰਭੀਰ, ਉਹ ਬੜੇ ਗੰਭੀਰ ਹੈ। ਸਾਡੇ ਕੋਈ ਚੁਲਬਲਾ ਨਹੀਂ ਹੈ, ਪਰਮਾਤਮਾ ਬਹੁਤ ਗੰਭੀਰ ਹੈ। ਗਹੀਰ ਸੁਜਾਨਾ, ਉਹ ਬੜਾ ਹੀ ਸਿਆਣਾ ਹੈ, ਉਹ ਬਹੁਤ ਸਿਆਣਾ ਹੈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਦਾਨ ਦਇਆਲ ਬਖਸ਼ੰਦ। ਪਰਮਾਤਮਾ ਜਿਹੜਾ ਹੈ ਪਾਰ ਬ੍ਰਹਮ ਹੈ। ਇਸ ਬ੍ਰਹਮ ਜੋ ਉਸਨੇ ਬਣਾਇਆ ਹੋਇਆ ਬ੍ਰਹਿਮੰਡ ਸਾਰਾ, ਉਸ ਤੋਂ ਵੀ ਪਰੇ ਹੈ। ਪਰਮੇਸ਼ਰ ਹੈ, ਉਹ ਪਰਮ ਈਸ਼ਰ ਹੈ, ਉਹ ਸਭ ਤੋਂ ਉੱਪਰ ਹੈ। ਗੋਬਿੰਦ ਹੈ, ਉਹ ਧਰਤੀ ਨੂੰ ਪਾਲਣ ਵਾਲਾ ਹੈ। ਵਿੰਦ ਦਾ ਜਾਣਨ ਵਾਲਾ, ਉਹ ਸ੍ਰਿਸ਼ਟੀ ਨੂੰ ਜਾਣਨ ਵਾਲਾ ਹੈ। ਕਿਰਪਾ ਨਿਦਾਨ, ਉਹ ਕਿਰਪਾ ਦਾ ਖਜ਼ਾਨਾ ਹੈ। ਦਿਆਲ ਹੈ, ਉਹ ਦਿਆਲੂ ਹੈ। ਬਖਸ਼ੰਦ ਹੈ, ਉਹ ਬਖਸ਼ਣ ਵਾਲਾ ਹੈ। ਸਾਡੇ ਤੋਂ ਜੇ ਕੋਈ ਮਾਫੀ ਮੰਗੇ, ਉੱਤੋਂ ਤੁਸੀਂ ਕਹਿ ਜਾ ਤੈਨੂੰ ਮਾਫ ਕੀਤਾ, ਵਿੱਚ ਉਸੇ ਤੇਰੇ ਖਾਰ ਰੱਖਦੇ ਹੋ। ਅੰਦਰੋਂ ਨਹੀਂ ਬੰਦਾ ਮਾਫ ਕਰਦਾ ਦੂਜੇ ਨੂੰ, ਉੱਤੋਂ ਉੱਤੋਂ ਕੇ ਚੰਗਾ ਚੱਲ ਜਾ ਤੈਨੂੰ ਮਾਫ ਕੀਤਾ, ਪਰ ਵਿੱਚੋਂ ਮਨ 'ਚ ਰੱਖਦਾ। ਕਿਤੇ ਪਰਮਾਤਮਾ ਹੀ ਹੈ, ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ, ਸਭ ਬਖਸ਼ ਦਿੰਦਾ ਹੈ, ਕਿਉਂਕਿ ਇਸ ਲਈ ਉਹਨੂੰ ਬਖਸ਼ਾਂਦੇ ਕਹਿੰਦੇ ਨੇ। ਸਾ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹ ਅਨਰਾਓ। ਨਾਨਕ ਦੇ ਮਨ ਦੀ ਇਹ ਇੱਛਾ ਹੈ ਕਿ ਮੈਨੂੰ ਆਪਣੇ ਸਾਧਾਂ ਦੀ ਚਰਨੀ ਲਾ ਦਿਓ। ਸਾਧ ਤੇਰੇ ਕੀ ਚਰਨੀ ਪਾਓ, ਮੈਨੂੰ ਆਪਣੇ ਸਾਧ ਦੀ ਚਰਨੀ ਲਾ ਦਿਓ। ਕਹਿੰਦੇ ਇਹ ਮੇਰੇ ਮਨ ਦੀ ਇੱਛਾ ਹੈ, ਅਨਰਾਓ ਹੈ, ਤਮੰਨਾ ਹੈ, ਇੱਛਾ ਹੈ। ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਪਰਮਾਤਮਾ ਕੀ ਕਹਦੇ? ਮਨਸਾ ਪੂਰਨ, ਸਾਡੀ ਇੱਛਾ ਪੂਰੀ ਕਰਨ ਵਾਲਾ ਹੈ। ਸ਼ਰਨਾ ਜੋ, ਜੋ ਉਹਦੀ ਸ਼ਰਨ 'ਚ ਆ ਜਾਂਦਾ ਉਹਨੂੰ ਸ਼ਰਨ ਦੇਣ ਦੇ ਸਮਰੱਥ ਹੈ। ਜੋ ਕਰ ਪਾਇਆ, ਜੋ ਨੇ ਸਾਡੇ ਹੱਥ 'ਚ ਪਾ ਦਿੱਤਾ ਨਾ, ਜੋ ਕੁਛ ਪਰਮਾਤਮਾ ਨੇ ਸਾਡੇ ਹੱਥ 'ਤੇ ਲਿਖ ਦਿੱਤਾ, ਵਿਲਾ ਵਿਸਜਣ ਆ ਤੈਨੂੰ ਮਿਲਣੀ, ਬਸ ਪਾਤਾ ਹੱਥ 'ਤੇ। ਆਹ ਰੇਖਾਵਾਂ ਜਿਹੜੀਆਂ ਸਾਰੀ ਦੱਸ ਰਹੀਆਂ, ਹੱਥ 'ਤੇ ਲਿਖਿਆ ਹੋਇਆ, ਹੱਥ 'ਤੇ ਪਾਤਾ ਪਰਮਾਤਮਾ। ਜੋ ਕਰ ਪਾਇਆ, ਕਰ ਹੱਥ ਨੂੰ ਕਹਿੰਦੇ ਨੇ, ਰਾਰਨ ਸਿਆਰੇ ਹੱਥ ਵਿੱਚ, ਜੋ ਹੱਥ 'ਚ ਪਾਤਾ ਸੋਈ ਹੋ, ਉਹੀ ਹੋਣਾ। ਜੋ ਪਰਮਾਤਮਾ ਨੇ ਸਾਡੇ ਹੱਥ 'ਤੇ ਲਿਖਤਾ ਉਹੀ ਹੋਣਾ। ਬਸ ਜਿਹਨੂੰ ਪਤਾ ਹੈ ਉਹਨੂੰ ਪਤਾ ਵੀ ਲਿਖਿਆ ਪਈ ਇਹੀ ਹੋਣਾ। ਬਸ ਜਿਹਨੂੰ ਨਹੀਂ ਪਤਾ ਰੋਂਦਾ ਪਿੜਦਾ ਰਹਿੰਦਾ। ਤੁਹਾਡੀ ਸਾਰਿਆਂ ਦੀ ਕਿਸਮਤ ਤੁਹਾਡੇ ਹੱਥ 'ਤੇ ਲਿਖੀ, ਬੰਦੇ ਦੀ ਸੱਜੇ ਹੱਥ 'ਤੇ, ਜਨਾਨੀ ਦੀ ਖੱਬੇ ਹੱਥ 'ਤੇ। ਔਰਤ ਦੀ ਖੱਬੇ ਹੱਥ 'ਤੇ ਲਿਖੀ ਦੀ ਕਿਸਮਤ, ਬੰਦੇ ਦੇ ਸੱਜੇ ਹੱਥ 'ਤੇ ਲਿਖੀ ਹੁੰਦੀ। ਮੈਨੂੰ ਕਹਿੰਦੇ ਅਜਿਹਾ ਕਿਉਂ? ਮੈਂ ਹੱਸਦਾ ਸੀ। ਮੈਂ ਬੀਬੀਆਂ ਸੱਜੇ ਹੱਥ ਨਾਲ ਕੰਮ ਕਰਦੀਆਂ, ਬਰਤਨ ਰਗੜਦੀਆਂ ਨੇ, ਉਹਨੇ ਕਿਤੇ ਰੇਖਾ ਹੀ ਨਾ ਮਿਟ ਜੇ, ਇਸ ਲਈ ਪ੍ਰਸ ਖੱਬੇ ਹੱਥ 'ਤੇ ਲਿਖਤਾ, ਲੈ ਮਿਟਣਗੀਆਂ ਨਹੀਂ। ਉਹਨੂੰ ਜੱਜ ਕੀ ਗੱਲ। ਸੋ ਹੱਥ 'ਤੇ ਲਿਖਤਾ ਪਰਮਾਤਮਾ ਨੇ, ਉਹੀ ਹੋਣਾ। ਹਾਂ, ਜੇ ਬਦਲਾਉਣਾ ਤਾਂ ਫਿਰ ਪਰਮਾਤਮਾ ਕਹਿੰਦਾ ਮੈਂ ਗੁਰੂ ਭੇਜੇ, ਸਾਧੂ ਭੇਜੇ ਨੇ, ਉਹ ਬਦਲ ਸਕਦੇ ਨੇ। ਬਸ ਕਿ ਉਹਨਾਂ ਕੋਲ ਜਾਓ। ਸਾਡਾ ਗੁਰੂ ਬਾਣੀ ਹੈ, ਹੁਣ ਬਾਣੀ ਨੇ ਫਿਰ ਸਾਡੀ ਕਿਸਮਤ ਬਦਲਣੀ ਹੈ। ਬਾਣੀ ਪੜ੍ਹ ਕੇ, ਨਾਮ ਜਪ ਕੇ ਲੋਕ ਰਾਜ਼ੀ ਨਹੀਂ ਹੈਗੇ, ਕਿਸਮਤ ਫਿਰ ਬਦਲਦੀ ਨਹੀਂ ਹੈ। ਹੋਰ ਢੰਗ ਕੋਈ ਨਹੀਂ, ਜਿੱਥੇ ਮਰਜ਼ੀ ਚਲੇ ਜਾਓ। ਅਮਰੀਕਾ, ਕਨੇਡਾ, ਆਸਟ੍ਰੇਲੀਆ ਜਾਣ ਨਾਲ ਕਿਸਮਤ ਨਹੀਂ ਬਦਲਦੀ ਹੈ। ਹਾਂ, ਜੇ ਲਿਖਿਆ ਹੋਇਆ ਕਿ ਤੇਰੀ ਕਿਸਮਤ ਆਸਟ੍ਰੇਲੀਆ ਜਾ ਕੇ ਬਦਲੇਗੀ, ਫਿਰ ਤਾਂ ਬਦਲ ਜਾਏਗੀ, ਕਿ ਲਿਖਿਆ ਹੋਇਆ ਹੈ। ਅਤੇ ਜੇ ਤੁਸੀਂ ਕਹੋ ਨਾ ਵੀ ਆਸਟ੍ਰੇਲੀਆ ਜਾਂ ਕਨੇਡਾ ਮੇਰੀ ਕਿਸਮਤ ਨਹੀਂ ਬਦਲਦੀ, ਕਿਸਮਤ ਨਾਲ ਹੀ ਜਾਂਦੀ ਹੈ। ਸਿਆਣਪ ਇੱਥੇ ਬਦਲ ਲਓ, ਧੱਕੇ ਖਾਣ ਦੀ ਕੀ ਲੋੜ ਥਾਂ ਥਾਂ 'ਤੇ। ਜਿੱਥੇ ਹੋ,
ਜਿਉਣ ਲੱਗੋ ਭਜਨ ਬੰਦਗੀ ਕਰਨ, ਆਪਣੀ ਕਿਸਮਤ ਬਦਲ ਲਓ। ਕਿਛ ਕਦੀ ਬਦਲੀ ਜਾ, ਜੇ ਤਾਂ ਬਦਲੀ ਨਾ ਜਾ ਸਕਦੀ ਹੋਵੇ ਫਿਰ ਤਾਂ ਠੀਕ ਹੈ ਭਾਈ। ਫਿਰ ਤਾਂ ਕਿੰਨੇ ਬਾਣੀ ਪੜ੍ਹਨੀ ਸੀ, ਕਿੰਨੇ ਨਾਮ ਜਪਣੇ ਸੀ, ਕਿੰਨੇ ਗੁਰਦੁਆਰੇ ਮੰਦਰ ਜਾਣਾ ਸੀ। ਗੁਰਦੁਆਰੇ ਮੰਦਰਾਂ 'ਚ ਲੋਕ ਕਿਸ ਲਈ ਭਜਨ ਬੰਦਗੀ ਇਸੇ ਲਈ ਕਰਦੇ ਨੇ ਕਿ ਬੈਡ ਲੱਕ ਗੁੱਡ ਲੱਕ 'ਚ ਬਦਲ ਜਾਣ। ਨਹੀਂ ਤਾਂ ਫਿਰ ਜੋ ਕਰ ਪਾਇਆ ਸੋ ਹੀ ਹੋ, ਜੋ ਹੱਥ 'ਤੇ ਲਿਖਤਾ ਫਿਰ ਨਹੀਂ ਤਾਂ ਉਹੀ ਹੋਣਾ। ਹਰਨ ਭਰਨ ਜਾਕਾ ਨੇਤਰ ਫੋਰ, ਨੇਤਰ ਫੋਰ ਦਾ ਅੱਖ ਦੇ ਝਮਕਣ ਜਿੰਨਾ ਸਮਾਂ। ਹਰਨ ਹੁੰਦਾ ਖਾਲੀ ਕਰਨਾ, ਭਰਨ ਹੁੰਦਾ ਭਰ ਦੇਣਾ। ਉਹ ਖਾਲੀ ਵੀ ਕਰ ਸਕਦਾ, ਉਹ ਭਰ ਵੀ ਸਕਦਾ ਅਤੇ 1 ਸੈਕਿੰਡ 'ਚ ਕਰ ਸਕਦਾ ਹੈ, ਉਹਨੂੰ ਦੇਰ ਨਹੀਂ ਲੱਗਦੀ। ਨੇਤਰ ਫੋਰ ਅੱਖ ਦੇ ਝਪਕਣ ਜਿੰਨੇ ਸਮੇਂ ਦੇ ਵਿੱਚ ਉਹ ਮਾਰ ਵੀ ਸਕਦਾ ਹੈ, ਉਹ ਜਿਉਂਦਿਆਂ ਵੀ ਕਰ ਸਕਦਾ ਹੈ। ਉਹ ਮਾਰ ਵੀ ਸਕਦਾ ਹੈ, ਉਹ ਪੈਦਾ ਵੀ ਕਰ ਸਕਦਾ ਹੈ, ਉਹ ਖਾਲੀ ਵੀ ਕਰ ਸਕਦਾ ਹੈ, ਉਹ ਭਰ ਵੀ ਸਕਦਾ ਹੈ। ਤਿਸ ਕਾ ਮੰਤਰ ਨਾ ਜਾਣੇ ਹੋਰ, ਉਹਦੇ ਮਨ 'ਚ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ। ਪਰਮਾਤਮਾ ਦੇ ਮਨ 'ਚ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ, ਵੀ ਉਹਨੇ ਕੀ ਕਰਨਾ ਅਗਲੇ ਪਲ, ਕੋਈ ਨਹੀਂ ਪਤਾ। ਆਨੰਦ ਰੂਪ ਮੰਗਲ ਸਦ ਜਾ ਕੇ, ਸਰਬ ਥੋਕ ਸੁਣੀਏ ਘਰ ਤੱਕ। ਕਹਿੰਦੇ ਜਿਹਦੇ ਘਰ 'ਚ ਆਨੰਦ ਹੀ ਆਨੰਦ ਹੈ, ਮੰਗਲ ਖੁਸ਼ੀ ਹੀ ਖੁਸ਼ੀ ਹੈ, ਸਦਾ ਹੀ ਪਰਮਾਤਮਾ ਦੇ ਘਰ ਸਦਾ ਹੀ ਆਨੰਦ ਹੈ, ਸਦਾ ਹੀ ਖੁਸ਼ੀ ਹੈ। ਸਰਬ ਥੋਕ ਸਾਰੀਆਂ ਵਸਤੂਆਂ ਸੁਣੀਆਂ ਘਰ ਤੱਕ ਉਹਦੇ ਘਰ 'ਚ ਨੇ। ਇਹ ਸੁਣਿਆ ਜਾਂਦਾ ਕਿ ਸਾਰੀਆਂ ਵਸਤੂਆਂ ਉਹਦੇ ਘਰ 'ਚ ਨੇ, ਭਾਵ ਉਹਦੇ ਕੋਲ ਸਭ ਕੁਛ ਹੈ। ਖੁਸ਼ੀਆਂ ਖੇੜੇ ਉਹਦੇ ਕੋਲ ਨੇ, ਆਨੰਦ ਉਹਦੇ ਕੋਲ ਹੈ, ਸਾਰੀਆਂ ਵਸਤੂਆਂ ਉਹਦੇ ਕੋਲ ਹਨ। ਇਸ ਲਈ ਜਿਸ 'ਤੇ ਖੁਸ਼ ਹੁੰਦਾ ਉਹਨੂੰ ਸਭ ਕੁਝ ਦੇ ਦਿੰਦਾ, ਅਤੇ ਉਹਨੂੰ ਖੁਸ਼ ਕਰਨ ਦਾ ਢੰਗ ਉਹਦਾ ਨਾਮ ਜਪਣਾ। ਕਿਸੇ ਦੀ ਵਡਿਆਈ ਕਰੋ, ਇੱਥੇ ਇੱਕ ਬੜੀ ਵੱਡੀ ਸਿੱਖਿਆ ਮਿਲਦੀ ਹੈ। ਸੰਸਾਰ ਦੀ ਐਡੀ ਵੱਡੀ ਤਾਕਤ ਆਪਣੀ ਵਡਿਆਈ ਸੁਣ ਕੇ ਖੁਸ਼ ਹੋ ਜਾਂਦੀ ਹੈ। ਅਸੀਂ ਤੁਸੀਂ ਵਿਚਾਰੇ ਕੌਣ? ਸਾਨੂੰ ਤੁਹਾਨੂੰ ਖੁਸ਼ ਕਰਨਾ, 2 ਵਾਰੀ ਚਮਚੀ 'ਚ ਮਾਰੋ, ਅਗਲਾ ਖੁਸ਼ ਹੀ ਖੁਸ਼। ਬੱਲੇ ਬੱਲੇ ਬਾਬਾ ਜੀ, ਕਿਆ ਬਾਤ ਹੈ ਜੀ, ਹਾਂ ਤੇ ਬੜੀ ਵਧੀਆ ਕਥਾ ਕਰ, ਬੜਾ ਆਨੰਦ ਆਉਂਦਾ, ਬਾਬਾ ਖੁਸ਼ ਹੈ। ਭਾਵੇਂ ਝੂਠੀ ਕਹਿ ਦਿਓ, ਉਹ ਝੂਠਾ ਹੀ ਕਹਿ ਦਿਓ, ਖੁਸ਼ ਕਰ। ਜੇ ਰੱਬ ਖੁਸ਼ ਹੋ ਸਕਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੈ, ਜੇ ਰੱਬ ਆਪਣੀ ਵਡਿਆਈ ਸੁਣ ਕੇ ਖੁਸ਼ ਹੋ ਸਕਦੇ, ਅਸੀਂ ਤੁਸੀਂ ਕੌਣ? ਅਤੇ ਛੇਤੀ ਖੁਸ਼ ਹੋ ਜਾਓਗੇ। ਚਲੋ ਹੁਣ ਜ਼ਰਾ ਦੇਰ ਲੱਗ ਜਾਂਦੀ ਹੈ। ਉਹ ਕਹਿੰਦਾ ਤੂੰ ਮੇਰੀ ਵਡਿਆਈ ਕਰੇਗਾ, ਮੈਂ ਤੇਰੀ ਵਡਿਆਈ ਸੁਣ ਕੇ ਖੁਸ਼ ਨਹੀਂ ਹੋਣਾ। ਤੂੰ ਮੇਰੀ ਵਡਿਆਈ ਕਰੇਗਾ, ਤੇਰਾ ਮਨ ਸਾਫ਼ ਹੋਵੇਗਾ। ਜਦੋਂ ਤੇਰਾ ਮਨ ਸਾਫ਼ ਹੋ ਗਿਆ, ਬਸ ਮੈਂ ਪ੍ਰਗਟ ਹੋ ਜਾਵਾਂਗਾ। ਇਹ ਤੇਰੀ ਵਡਿਆਈ ਸੁਣ ਕੇ ਮੈਂ ਪ੍ਰਗਟ ਨਹੀਂ ਹੋਣਾ। ਤੂੰ ਮੇਰੀ ਵਡਿਆਈ ਕਰੀ ਜਾ, ਪਰ ਗਲਤ ਕੰਮ ਕਰੇਗਾ, ਤੇਰਾ ਮਨ ਸਾਫ਼ ਨਹੀਂ, ਮੈਂ ਪ੍ਰਗਟ ਹੀ ਹੋਣ ਲੱਗਾ ਰਿਹਾ, ਚਾਹੇ 10 ਜਨਮ ਲੱਗਾ ਰਿਹਾ। ਕਿਤੇ ਕਹੋ ਜੀ ਹਾਂ ਚੋਰੀਆਂ ਵੀ ਕਰ ਜਾਓ, ਡਾਕੇ ਵੀ ਮਾਰੀ ਜਾਓ, ਵਾਹਿਗੁਰੂ ਵੀ ਕਰੀ ਜਾਓ, ਐ ਨਹੀਂ ਚੱਲੇਗਾ ਕੰਮ। ਉਹਦੀ ਸ਼ਰਤ ਹੈ ਤੁਹਾਡਾ ਮਨ ਨਿਰਮਲ ਹੋਣਾ ਚਾਹੀਦਾ। ਜਦੋਂ ਮਨ ਨਿਰਮਲ ਹੋ ਗਿਆ ਤਾਂ ਪ੍ਰਗਟ ਹੋ ਜਾਏਗਾ। ਸੋ ਵਾਹਿਗੁਰੂ ਵਾਹਿਗੁਰੂ ਕਰਕੇ ਤਾਂ ਅਸੀਂ ਮਨ ਨੂੰ ਸਾਫ਼ ਕਰਨਾ, ਉਹਨੂੰ ਖੁਸ਼ ਨਹੀਂ ਕਰਨਾ ਵੀ ਉਹ ਵਾਹਿਗੁਰੂ ਬਾਰੇ ਸੁਣ ਕੇ ਖੁਸ਼ ਹੁੰਦਾ ਨਾ। ਉਹ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰਨਾ, ਤੁਹਾਡਾ ਮਨ ਸਾਫ਼ ਹੋਏਗਾ। ਜਦੋਂ ਮਨ ਸਾਫ਼ ਹੋ ਗਿਆ, ਮੈਂ ਅੰਦਰ ਹੀ ਬੈਠਾ, ਮੈਂ ਪ੍ਰਗਟ ਹੋ ਜਾਵਾਂਗਾ ਬਸ। ਸੋ ਇਸ ਲਈ ਸ਼ਰਤ ਹੈ ਕਿ ਅਸੀਂ ਨਵੀਂ ਮੈਲ ਨਾ ਲੱਗਣ ਦੀ, ਤਾਂ ਹੀ ਪਹਿਲੀ ਮੈਲ ਰਹੇਗੀ। ਜੇ ਅਸੀਂ ਨਾਲ ਨਾਲ ਕੋਈ ਪੁੱਠਾ ਕੰਮ ਵੀ ਕਰੀ ਜਾਂਦੇ ਹਾਂ ਅਤੇ ਰਾਮ ਰਾਮ ਵੀ ਕਰੇ, ਫਿਰ ਨਹੀਂ ਗੱਲ ਸਾਡੀ ਬਣਨੀ ਹੈ ਜੀ। ਫਿਰ ਪਤਾ ਨਹੀਂ ਕਿੰਨੇ ਜਨਮ ਲੱਗ ਜਾਣਗੇ। ਬੁਰਾਈ ਤਿਆਗਣੀ ਪਏਗੀ, ਉਸ ਤੋਂ ਬਾਅਦ ਫਿਰ ਨਾਮ ਜਪਣਾ ਹੈ। ਫਿਰ ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ, ਪਰਿਵਰਤਨ ਹੁੰਦਾ ਹੀ ਜਾਵੇਗਾ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਬ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਰਾਜਿਆਂ 'ਚੋਂ ਰਾਜਾ ਹੈ, ਜੋਗੀਆਂ ਦੇ ਵਿੱਚੋਂ ਜੋਗੀ ਹੈ, ਤਪੀਆਂ ਦੇ ਵਿੱਚ ਵੱਡਾ ਤਪੀ ਹੈ, ਗ੍ਰਸਤੀਆਂ ਦੇ ਵਿੱਚੋਂ ਭੋਗੀ ਹੈ, ਭੋਗਣ ਵਾਲਾ ਹੈ। ਕਿਉਂ ਸਾਰਿਆਂ ਦੇ ਵਿੱਚ ਹੀ ਬੈਠੇ ਨਾ,
ਉਹ ਸਾਰੇ 'ਚ ਹੀ ਬੈਠਾ। ਧਿਆਏ ਧਿਆਏ ਭਗਤਨ ਸੁਖ ਪਾਇਆ, ਉਹਦਾ ਧਿਆਨ ਧਰ ਧਰ ਕੇ ਭਗਤਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ। ਭਾਵ ਉਹਦਾ ਨਾਮ ਜਪ ਜਪ ਕੇ ਭਗਤਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ। ਜਦੋਂ ਖੱਖੇ ਨੂੰ ਔਂਕਣ ਲੱਗੇ ਤਾਂ ਇਹਦਾ ਅਰਥ ਹੁੰਦਾ ਸਦੀਵੀ ਸੁੱਖ। ਜਦੋਂ ਖੱਖੇ ਨੂੰ ਔਂਕਣੇ ਤਾਂ ਮਤਲਬ ਕਈ ਸੁੱਖ ਮਿਲ ਗਏ। ਸੁੱਖ ਸਦੀਵੀ ਨਹੀਂ ਹੁੰਦੇ। ਸੁੱਖ ਦਾ ਵਿਰੋਧੀ ਸ਼ਬਦ ਹੈ ਦੁੱਖ। ਅੱਜ ਸੁੱਖ ਹੈ, ਕੱਲ੍ਹ ਨੂੰ ਦੁੱਖ ਹੋ ਸਕਦਾ ਹੈ। ਜਦੋਂ ਗੁਰਬਾਣੀ ਖੱਖੇ ਨੂੰ ਔਂਕਣ ਲਾਤੇ ਇਹਦਾ ਮਤਲਬ ਸਦੀਵੀ ਸੁੱਖ। ਭਗਤ ਪਰਮਾਤਮਾ ਦਾ ਨਾਮ ਜਪ ਜਪ ਕੇ ਉਹਨਾਂ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ। ਉਸ ਪਰਮਾਤਮਾ ਦਾ ਕੋਈ ਅੰਤ ਪਾ ਹੀ ਨਹੀਂ ਸਕਿਆ ਅੱਜ ਤੱਕ। ਉਹ ਇਸ ਲਈ ਸਾਰੇ ਉਹਨੂੰ ਕਹਿੰਦੇ ਬੇਅੰਤ ਬੇਅੰਤ ਹੈ। ਜਾਂ ਕੀ ਲੀਲਾ ਕੀ ਮਿਤ ਨਾ ਹੈ। ਮਿਤ ਹੁੰਦੀ ਹੈ ਲਿਮਟ, ਹੱਦ। ਉਹਦੀ ਲੀਲਾ, ਉਹਨੇ ਜੋ ਰਚਨਾ ਰਚੀ ਹੈ, ਜੋ ਕੁਛ ਉਸਨੇ ਬਣਾਇਆ ਹੈ, ਉਹਦੀ ਕੋਈ ਹੱਦ ਹੀ ਨਹੀਂ ਹੈ। ਇਹ ਨਹੀਂ ਕੋਈ ਕਹਿੰਦਾ ਇੱਥੇ ਜਾ ਕੇ ਉਹਦੀ ਰਚਨਾ ਮੁੱਕ ਗਈ ਹੈ। ਨਹੀਂ, ਕੋਈ ਹੱਦ ਹੀ ਨਹੀਂ ਹੈ। ਸਗਲ ਦੇਵ ਹਾਰੇ ਅਵਗਾਹੇ। ਸਾਰੇ ਦੇਵਤੇ ਢੂੰਡ ਢੂੰਡ ਕੇ ਅਵਗਾਹੇ ਹੁੰਦਾ, ਢੂੰਡ ਢੂੰਡ ਕੇ ਥੱਕ ਗਏ। ਉਹਦਾ ਅੰਤ ਨਹੀਂ ਲੱਭਿਆ। ਉਹਦੀ ਲੀਲਾ ਦਾ, ਉਹਦੀ ਰਚਨਾ ਦਾ ਅੰਤ ਨਹੀਂ ਪਤਾ ਲੱਗਿਆ। ਸਾਰੇ ਦੇਵਤੇ ਕਹਿੰਦੇ ਢੂੰਡ ਢੂੰਡ ਕੇ ਥੱਕ ਗਏ। ਪਿਤਾ ਕਾ ਜਨਮ ਕੇ ਜਾਣੇ ਪੂਤ। ਪਿਤਾ ਨੂੰ ਕੀ ਪਤਾ ਉਹਦਾ, ਪੁੱਤਰ ਨੂੰ ਕੀ ਪਤਾ ਉਹਦਾ ਪਿਤਾ ਕਦੋਂ ਪੈਦਾ ਹੋਇਆ। ਮੰਨ ਲਓ ਸਾਡਾ ਬਾਪ ਸਾਨੂੰ ਦੱਸਿਆ ਹੀ ਨਹੀਂ ਆਪਣੀ ਡੇਟ ਆਫ ਬਰਥ, ਆਪਣੀ ਕਦੋਂ ਪੈਦਾ ਹੋਇਆ। ਇਸ ਲਈ ਅਸੀਂ ਜਾਣ ਹੀ ਨਹੀਂ ਸਕਦੇ ਪਰਮਾਤਮਾ ਨੂੰ ਸਾਡਾ ਪਿਤਾ ਹੈ ਕਿ ਕਦੋਂ ਹੋਇਆ। ਕਦੋਂ ਹੋਇਆ ਕਿਉਂਕਿ ਸਾਡੇ ਤੋਂ ਪਹਿਲਾਂ ਹੋਇਆ। ਜਿਹੜਾ ਸਾਡੇ ਤੋਂ ਬਾਅਦ ਹੋਵੇ ਉਹ ਤਾਂ ਅਸੀਂ ਜਾਣ ਸਕਦੇ ਹਾਂ, ਇਹ ਫਲਾਣੇ ਸੰਨ 'ਚ ਹੋਇਆ। ਜਿਹੜਾ ਸਾਡੇ ਤੋਂ ਪਹਿਲਾਂ ਹੋਇਆ ਸਾਨੂੰ ਕੀ ਪਤਾ, ਜਿੰਨਾ ਚਿਰ ਕੋਈ ਦੱਸੇ ਨਾ। ਇਸ ਲਈ ਜਿਵੇਂ ਪੁੱਤਰ ਜਿਹੜਾ ਹੈ ਉਹਨੂੰ ਪਿਤਾ ਦੇ ਜਨਮ ਦਾ ਨਹੀਂ ਪਤਾ ਹੈ, ਇਸ ਲਈ ਸੰਸਾਰ ਨੂੰ ਪਰਮਾਤਮਾ ਕਦੋਂ ਹੋਂਦ ਵਿੱਚ ਹੈ ਕਿਸੇ ਨੂੰ ਨਹੀਂ ਪਤਾ ਹੈ। ਸਗਲ ਪਰੋਈ ਆਪਣੇ ਸੂਤ। ਜੋ ਕੁਛ ਵੀ ਉਸਨੇ ਬਣਾਇਆ ਸਭ ਆਪਣੇ ਸੂਤਰ ਵਿੱਚ ਹੈ। ਜਿਵੇਂ ਆਪਾਂ ਧਾਗੇ ਦੇ ਨਾਲ ਫੁੱਲ ਪਰੋ ਲਈਏ ਅਤੇ ਹਾਰ ਬਣ ਜਾਂਦਾ ਹੈ, ਇਸ ਤਰ੍ਹਾਂ ਫਿਰ ਹਾਰ ਜਿਹੜੇ ਨੇ ਅੱਡ ਅੱਡ ਨਹੀਂ ਹੁੰਦੇ। ਪਰਮਾਤਮਾ ਨੇ ਆਪਣੇ ਸੂਤ ਭਾਵ ਆਪਣੇ ਨਿਯਮ, ਆਪਣੇ ਅਸੂਲ ਦੇ ਅਨੁਸਾਰ ਸਭ ਨੂੰ ਪਰੋਇਆ ਹੋਇਆ ਹੈ। ਭਾਵ ਸਾਰੇ ਪਰਮਾਤਮਾ ਦੇ ਕੰਟਰੋਲ ਵਿੱਚ ਹਨ। ਸਮੱਤ ਗਿਆਨ ਧਿਆਨ ਜਿਨ ਦੇ, ਜਿਨ੍ਹਾਂ ਨੂੰ ਪਰਮਾਤਮਾ ਸਮੱਤ ਦਿੰਦਾ ਹੈ, ਚੰਗੀ ਮੱਤ। ਗਿਆਨ ਜਿਹਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ। ਧਿਆਨ ਜਿਹਨੂੰ ਧਿਆਨ ਲਾਉਣ ਦੀ ਸੋਝੀ ਬਖਸ਼ਦਾ ਹੈ। ਜਨ ਦਾਸ ਨਾਮ ਧਿਆਵੇਂ ਸੇ। ਉਹ ਦਾਸ ਫਿਰ ਪਰਮਾਤਮਾ ਦਾ ਨਾਮ ਧਿਆਉਂਦੇ ਹਨ ਜਿਹਨਾਂ ਨੂੰ ਪਰਮਾਤਮਾ ਸੋਝੀ ਬਖਸ਼ਦਾ, ਜਿਹਨਾਂ ਨੂੰ ਸਮੱਤ ਬਖਸ਼ਦਾ। ਜਿਹਨਾਂ ਨੂੰ ਸਮੱਤ ਨਹੀਂ ਬਖਸ਼ੀ ਉਹ ਨਾਮ ਜਪਦੇ ਹੀ ਨਹੀਂ ਹੈਗੇ। ਕਹੀ ਜੋ ਉਹਨਾਂ ਨੂੰ, ਉਹਨਾਂ ਦੀ ਕਿਉਂਕਿ ਉਹਨਾਂ ਸਮੱਤ ਹੀ ਨਹੀਂ ਪਰਮਾਤਮਾ ਨੇ ਦਿੱਤੀ ਹੈ, ਇਸ ਕਰਕੇ ਉਹ ਤੁਹਾਡੀ ਗੱਲ ਹੀ ਨਹੀਂ ਮੰਨਣਗੇ। ਇਸ ਲਈ ਬਹੁਤੀ ਜ਼ਿੱਦ ਨਹੀਂ ਕਰਨੀ ਕਿਸੇ। ਬਸ ਸਾਡਾ ਫਰਜ਼ ਹੈ ਕਹਿਣਾ, ਸਾਡਾ ਫਰਜ਼ ਹੈ ਕਹਿਣਾ ਭਾਈ ਸਤਸੰਗ ਕਰਿਆ ਕਰੋ, ਨਾਮ ਬਾਣੀ ਜਪਿਆ ਕਰੋ, ਇਸੇ ਤੁਹਾਡਾ ਹੀ ਫਾਇਦਾ ਹੈ। ਨਾ ਪਤਾ ਹੋਵੇ ਤਾਂ ਫਿਰ ਗੁਲਜ਼ਾਰ ਨੂੰ ਪੁੱਛ ਲੈ। ਗੁਲਜ਼ਾਰ ਸਿੰਘ ਝਿੱਲ ਪਿੱਟਦਾ ਹੈ। ਉੱਥੇ ਇੱਕ ਰੇਡੀਓ ਮਕੈਨਿਕ ਆਤਮਾ ਸਿੰਘ ਹੈ। ਆਤਮਾ ਸਿੰਘ ਨੇ ਮੇਰੇ ਤੋਂ ਪਾਠ ਸਿੱਖਿਆ ਸੀ। ਜਦੋਂ ਗੁਲਜ਼ਾਰ ਨੇ ਉਹਦੇ ਇੱਕ ਦੁਕਾਨ ਅੱਗੋਂ ਲੰਘਣਾ, ਉਹਨੇ ਕਹਿਣਾ ਗੁਲਜ਼ਾਰ ਸਿੰਘ ਤੂੰ ਪਾਠ ਸਿੱਖ ਲੈ, ਤੇਰੇ ਕੰਮ ਆਊਗਾ। ਮੈਂ ਕਹਿੰਦਾ ਸੁਣਿਆ ਅਣਸੁਣਿਆ ਕਰ ਦੇਣਾ। ਜਦੋਂ ਵੀ ਮੈਂ ਉਹਦੇ ਕੋਲ ਲੰਘਣਾ, ਉਹਨੇ ਮੈਨੂੰ ਕਿਹਾ ਗੁਲਜ਼ਾਰ ਸਿੰਘ ਪਾਠ ਸਿੱਖ ਲੈ, ਤੇਰੇ ਕੰਮ ਆਊ। ਉਹ ਸਾਲ ਕਹਿੰਦਾ ਰਿਹਾ। ਇੱਥੋਂ ਗੁਰਦੇ ਦੇ ਅੱਗੋਂ ਮੈਂ ਸਾਲ ਲੰਘਦਾ ਰਿਹਾ, ਬੱਚੇ ਢੋਂਦਾ ਸੀ ਮੈਂ ਸਕੂਲਾਂ ਦੇ। ਇੱਕ ਦਿਨ ਮੇਰੇ ਮਨ 'ਚ ਕਿਹਾ ਯਾਰ ਉਹ ਕਹੀ ਜਾਂਦਾ, ਕਹੇ ਬਜ਼ੁਰਗ ਆਦਮੀ ਹੈ, ਮੇਰੇ ਭਲੇ ਲਈ ਕਹਿੰਦਾ ਹੁਣ। ਕਹਿੰਦਾ ਫਿਰ ਪਾਠ ਸਿੱਖਣ ਆ ਗਿਆ। ਅਤੇ ਅੱਜ ਜਿਹੜਾ ਮੈਂ ਆਪਣੇ 72 ਘਰਾਂ ਦੇ ਵਿੱਚ ਸਭ ਤੋਂ ਵਧੀਆ ਕੱਪੜੇ ਪਾਉਣਾ, ਵਧੀਆ ਖਾਣਾ ਪੀਣਾ ਰਹਿਣਾ, ਗੁਰਦੁਆਰੇ ਜਾ ਕੇ ਬਸ। ਅਤੇ ਗੁਰਦੁਆਰੇ ਵਾਲੇ ਤਾਂ ਚਿੱਟੇ ਹੀ ਕੱਪੜੇ ਪਾਉਂਦੇ ਨੇ।
ਤੁਹਾਡੇ ਉਹਨੇ ਚਿੱਟੇ ਨਹੀਂ ਹੁੰਦੇ ਜਿੰਨੇ ਗੁਰਦੁਆਰੇ ਦੇ ਚਿੱਟੇ ਹੁੰਦੇ ਨੇ। ਤੁਹਾਡੇ ਕਦੇ ਮਨ 'ਚ ਨਹੀਂ ਆਇਆ ਯਾਰ ਅਸੀਂ ਵੀ ਇੰਨੇ ਚਿੱਟੇ ਪਾ ਲਈਏ? ਆਏ ਨਹੀਂ ਤੁਹਾਡੇ ਤੋਂ ਰੰਗ ਤੇ ਜੇ ਪਟਿਆਲੇ 'ਚ ਪਾ ਲੈਂਦੇ ਹੋ ਵੀ ਤਾਂ ਜੋ ਇਹ ਮੈਲੇ ਨਾ ਹੋਣ। ਉਹ ਪਹਿਲੇ ਹੀ ਮੈਲੇ ਨੇ। ਕਈ ਮੈਲ ਖੋਰੇ ਕੱਪੜੇ ਵੀ ਪਲੇ ਵਾਲੇ ਤਾਂ ਪਹਿਲੇ ਹੀ ਮੈਲੇ ਨੇ। ਇਹ ਕਰੀਮ ਕਲਰ ਤਾਂ ਪਹਿਲੇ ਹੀ ਮੈਲਾ, ਉਹਨੂੰ ਹੋਰ ਕੀ ਕਰਨਾ ਮੈਲਾ, ਉਹਦਾ ਮੈਲਾ ਹੀ ਮੈਲਾ। ਸਾਡਾ ਹੌਸਲਾ ਹੀ ਨਹੀਂ ਪੈਂਦਾ ਚਿੱਟੇ ਦੁੱਧ ਕੱਪੜੇ ਪਾਉਣ ਦਾ। ਇਹ ਤਾਂ ਧਾਰਮਿਕ ਬੰਦੇ ਹੀ ਪਾਉਂਦੇ ਨੇ। ਗੁਰਦੁਆਰਾ ਵਿੱਚ ਗਰੀਬ ਭਾਈ ਹੁੰਦਾ 3-4 ਤੁਸੀਂ ਦਿੰਦੇ ਜਿਹੜੇ ਬੈਠੇ ਤੇ ਪ੍ਰਬੰਧਕ ਉਹਨਾਂ ਨੂੰ, ਫੇਰ ਵੀ ਉਹ ਬਗਲਿਆਂ ਵਾਂਗੂ ਚਿੱਟੇ ਦੁੱਧ ਕੱਪੜੇ ਪਾਏ ਹੁੰਦੇ ਉਹਨਾਂ ਨੇ। ਸੋ ਇਸ ਲਈ ਤੁਸੀਂ ਵੀ ਕੋਈ ਸਿੱਖ ਲਓ, A ਕਲਾਸ ਕੱਪੜੇ ਪਾਇਆ ਕਰੋ, ਲੱਖਾਪਤੀ ਹੈ ਤੁਸੀਂ। ਇਹ ਕਿਹੜਾ ਆਪਾਂ ਕਿਹੜਾ ਬੀਬੀਆਂ ਵੀ ਹਾਂ ਜੀ ਨਾ 6 ਮਹੀਨੇ ਬਾਅਦ ਬਦਲ ਜਾਣਾ ਡਰੈਸ ਜੀ। ਹਾਂ ਆਪਣੇ ਦੇ ਕੋਈ ਸਲਾਹ ਲੈ ਕਿੰਨੇ ਸਾਲ ਲੰਘ ਜਾਣੇ। ਰੇਮੰਡ ਵਾਲੇ ਦੇ ਜਾਓ, ਹਾਂਜੀ ਵੱਧ ਤੋਂ ਵੱਧ ਚਿੱਟਾ ਕੱਪੜਾ ਕੀ ਪਾਇਆ ਜੀ, 1100 ਰੁਪਏ ਮੀਟਰ ਦੇ ਯਾਰ, 3.5 ਮੀਟਰ। ਹਾਂ ਕੱਢ ਦੇ ਯਾਰ, 2 ਚਿੱਟੇ ਸੂਟ ਸਿਲਾ ਲਓ, ਬਗਲ ਜੇ ਲੰਘੋਗੇ ਅਗਲਾ ਮਾਨ ਸਾਹਿਬ ਹਾਂ ਕਿੱਥੋਂ ਲਿਆ ਕੱਪੜਾ, ਹੱਥ ਲਾ ਕੇ ਦੇਖੋ, ਬਸ ਤੁਹਾਡੀ ਕੀਮਤ ਪੂਰੀ ਹੋ ਗਈ। ਇੱਕ ਬੰਦਾ ਗਿਆ ਮਹਾਂਪੁਰਖਾਂ ਕੋਲ, ਬਾਬਾ ਜੀ ਮੈਂ ਤੁਹਾਨੂੰ ਬਸਤਰ ਦੇ, ਉਹਨਾਂ ਦੇ ਮਹਾਂਪੁਰਖਾਂ ਨੇ ਆਉਣਾ ਸੀ। ਉਹਨੇ ਕਿਹਾ ਚਲ ਪਹਿਲੇ ਮੈਂ ਪੁੱਛ ਲਵਾਂ। ਕਹਿੰਦੇ ਭਾਈ ਸਾਨੂੰ ਨਾ ਮੰਤਰੀਆਂ ਵਾਲਾ ਕੱਪੜਾ ਦੇਣਾ। ਉਹ ਵਿਚਾਰਾ ਮੇਰੇ ਕੋਲ ਆ ਗਿਆ, ਕਹਿੰਦੇ ਬਾਬਾ ਜੀ ਮੰਤਰੀਆਂ ਵਾਲਾ ਕੀ ਕੱਪੜਾ ਹੁੰਦਾ? ਮੈਂ ਤੂੰ ਫਿਰ ਰੇਮੰਡ ਵਾਲਿਆਂ ਦੇ ਜਾ। ਮੈਂ 500 ਰੁਪਏ ਮੀਟਰ ਦੇ ਹਿਸਾਬ ਨਾਲ ਪੈਸੇ ਕੱਢ ਦੂੰਗਾ, ਲੈ ਕੇ ਜਾਈ। ਮੰਤਰੀ ਦਾ ਕੱਪੜਾ ਸਸਤਾ ਨਹੀਂ ਹੁੰਦਾ, ਨਾਲ ਉਹਨਾਂ ਦੇ ਕੱਪੜੇ ਮਾਵਾ ਲੱਗੀ ਹੁੰਦੀ, ਆਕੜਿਆ ਹੁੰਦਾ ਕੱਪੜਾ, ਕਿਉਂਕਿ ਮੰਤਰੀ ਆਕੜੇ ਹੁੰਦੇ ਨੇ, ਉਹਨਾਂ ਦਾ ਕੱਪੜਾ ਵੀ ਆਕੜਿਆ ਹੁੰਦਾ। ਉਹਨੇ ਜਾਂਦੇ ਦੁਕਾਨ 'ਤੇ ਕਿਹਾ ਜੀ ਮੈਨੂੰ ਮੰਤਰੀ ਵਾਲੇ ਕੱਪੜੇ ਚਾਹੀਦੇ, ਕਹਿੰਦੇ ਬੈਠ ਜਾਓ ਦੇ ਦਿੰਦੇ ਹਾਂ। ਸੋ ਇਸ ਲਈ ਬੰਦਿਆਂ ਨੂੰ ਟੌਪ ਦੇ ਕੱਪੜੇ ਸਿਲਾਉਣੇ ਚਾਹੀਦੇ। 2-3 ਸੂਟ ਸਿਲਾ ਲਓ, ਕਈ ਸਾਲ ਲੱਗ ਜਾਣਗੇ। ਚਰਚ ਦਾ ਕੱਪੜਾ ਫਟਦਾ ਹੀ ਨਹੀਂ, ਨਾ ਛੇਤੀ ਖਰਾਬ ਹੋਵੇ। ਬੀਬੀ ਦੀ ਮਜਬੂਰੀ ਹੈ, ਇਹਨਾਂ 6 ਮਹੀਨੇ ਬਾਅਦ ਬਸ ਬਦਲ ਜਾਣਾ ਜੀ, ਕਦੇ ਲੰਮੇ, ਕਦੇ ਸੌੜੇ, ਕਦੇ ਚੌੜੇ, ਕਦੇ ਕੁਛ ਇਹਨਾਂ ਦੀ ਮਜਬੂਰੀ ਹੈ। ਚਲੋ ਖੈਰ, ਗੁਰੂ ਮਹਾਰਾਜ ਕਹਿੰਦੇ ਤਿਉ ਗੁਣ ਮੈਂ ਜਾ ਕੋ ਪਰਮਾਏ। ਮਾਇਆ ਦੇ 3 ਗੁਣ ਨੇ, ਜਿਨ੍ਹਾਂ ਨੂੰ ਜਾਂ ਜਿਸ ਨੂੰ ਪਰਮਾਤਮਾ ਮਾਇਆ ਦੇ 3 ਗੁਣਾਂ 'ਚ ਭਟਕਾਉਂਦਾ ਰਹਿੰਦਾ ਹੈ। ਜਨਮ ਮਰੈ ਫਿਰ ਆਵੇ ਜਾਏ, ਉਹ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਭਾਵ ਦੀ ਮੁਕਤੀ ਨਹੀਂ ਹੁੰਦੀ, ਕਿਉਂਕਿ ਮਾਇਆ ਦੇ ਵਿੱਚ ਹੀ ਲੱਗਿਆ ਹੋਇਆ। ਉਹਦੀ ਬਿਰਤੀ ਮਾਇਆ ਕਮਾਉਣ ਵਾਲੇ ਧਰਮ ਵਾਲੇ ਪਾਸੇ ਤਾਂ ਹੈ ਹੀ ਨਹੀਂ ਹੈ ਜੀ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ। ਮੈਨੂੰ ਬਾਹਰੋਂ ਆਉਂਦੇ ਰਹਿੰਦੇ, ਅਮਰੀਕਾ ਕੈਨੇਡਾ ਤੋਂ, ਕਹਿੰਦੇ ਬਾਬਾ ਜੀ ਅਸੀਂ ਇੱਥੇ ਆਏ ਇਹਨਾਂ ਦੇਸ਼ਾਂ 'ਚ ਵੀ ਪੈਸਾ ਹੋਵੇਗਾ ਬਸ, ਆਹਾ ਕਿਆ ਬਾਤ ਹੈ। ਕਹਿੰਦਾ ਪੈਸਾ ਹੈਗਾ ਪਰ ਦੁੱਖ ਤਾਂ ਉੱਥੇ ਹੀ ਖੜ੍ਹਾ। ਪੈਸਾ ਹੈਗਾ, ਦੁੱਖ ਤਾਂ ਉੱਥੇ ਹੀ ਖੜ੍ਹਾ। ਆਹ ਤਾਂ ਤੁਸੀਂ ਸਾਨੂੰ ਪਾੜ ਦੇ ਕਿ ਸਾਨੂੰ ਕੋਈ ਥੋੜ੍ਹੇ ਸੁਖੀ ਕਰਤਾ ਹੈ, ਕਿ ਸਾਡੇ ਤਾਂ ਭੁਲੇਖਾ ਸੀ ਵੀ ਬਹੁਤ ਪੈਸੇ ਹੋਣਗੇ, ਆਹਾ ਮੌਜ ਹੋਵੇਗੀ। ਕਹਿੰਦਾ ਇੱਥੇ ਤਾਂ ਉਹ ਦੁੱਖ ਉਸੇ ਤਰ੍ਹਾਂ ਹੀ ਖੜ੍ਹਾ। ਇਹ ਭਜਨ ਬੰਦਗੀ ਤੋਂ ਬਿਨਾਂ ਨਹੀਂ ਕੱਢਦਾ ਹੈਗਾ। ਇਸੇ ਬਹੁਤ ਸਾਰੇ ਲੱਗ ਗਏ ਨੇ ਪਾਠ ਕਰਨ, ਕਿ ਸਾਡੇ ਦੀ ਕਿਸਮਤ ਹੀ ਹੁਣ ਬਦਲੀ ਹੈ। ਮੈਂ ਭਾਈ ਬਾਣੀ ਗੁਰੂ ਹੈ ਅਤੇ ਗੁਰੂ ਨੇ ਸਿੱਖ ਦੀ ਕਿਸਮਤ ਬਦਲਣੀ ਹੈ। ਕੋਈ ਵੀ ਗੁਰੂ ਮੰਨ ਲਓ, ਗੁਰੂ ਗ੍ਰੰਥ ਸਾਹਿਬ ਨੂੰ, ਕੋਈ ਜ਼ਰੂਰੀ ਕਿ ਸਿੱਖਾਂ ਨੇ ਗੁਰੂ ਗ੍ਰੰਥ ਨੇ ਗੁਰੂ ਮੰਨਣਾ, ਕੋਈ ਗੁਰੂ ਮੰਨ ਲਓ। ਗੁਰੂ ਮੰਨ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਗੁਰੂ ਕਿਰਪਾ ਕਰ ਦੇਣਗੇ। ਸੋ ਇਸ ਲਈ ਕਹਿੰਦੇ ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ। ਉੱਚੇ ਨੀਵੇਂ ਸਾਰੇ ਉਹਦੇ ਥਾਂ ਹਨ। ਭਾਵ ਕੋਈ ਆਤਮਿਕ ਤੌਰ 'ਤੇ ਉੱਚਾ ਹੈ, ਕੋਈ ਮਨ ਕਰਕੇ ਨੀਵਾਂ ਹੈ, ਪਰ ਉਹ ਤਾਂ ਸਾਰੇ ਥਾਵਾਂ 'ਤੇ ਵਸਦਾ, ਉਹ ਤਾਂ ਸਭ ਦੇ ਅੰਦਰ ਵਸਦਾ ਹੈ। ਉੱਚੇ ਨੀਵੇਂ ਸਾਰੇ ਉਹਦੇ ਥਾਂ ਨੇ। ਜੈਸਾ ਜਨਾਵੇ ਤੈਸਾ ਨਾਨਕ ਜਾਨ। ਜਿਹੋ ਜਿਹਾ ਆਪਣੇ ਆਪ ਨੂੰ ਪ੍ਰਗਟ ਕਿਸੇ 'ਤੇ ਕਰਦਾ, ਉਸ ਤਰ੍ਹਾਂ ਦਾ ਉਹਨੂੰ ਸਮਝ ਆ ਜਾਂਦੀ ਵੀ ਪਰਮਾਤਮਾ ਇਹੋ ਜਿਹਾ ਹੈ, ਜਿਹੋ ਜਿਹਾ ਜਨਾਏਗਾ। ਨਾਨਾ ਰੂਪ ਨਾਨਾ ਜਾ ਕੇ ਰੰਗ, ਇਹਨੂੰ ਨਾਨਾ ਨਹੀਂ ਪੜ੍ਹ ਦੇਣਾ। ਨਾਨਾ ਤੇ ਮਾਂ ਦੇ ਬਾਪ ਨੂੰ ਕਹਿੰਦੇ ਨੇ,
ਉਹ ਨਾਨਾ ਹੁੰਦਾ। ਨਾਨਾ ਅਨੇਕਮ, ਨਾਨਾ ਰੂਪ ਨਾਨਾ ਜਾ ਕੇ ਰੰਗ, ਜਿਹਦੇ ਅਨੇਕਾਂ ਹੀ ਰੂਪ ਨੇ, ਅਨੇਕਾਂ ਹੀ ਰੰਗ ਨੇ। ਨਾਨਾ ਭੇਖ ਕਰਾਂ ਇੱਕ ਰੰਗ, ਉਹ ਅਨੇਕਾਂ ਹੀ ਭੇਖ ਕਰਦਾ ਪਰ ਫਿਰ ਵੀ ਇੱਕ ਰੰਗ ਹੈ। ਅਖੀਰ ਨੂੰ ਇੱਕੋ ਹੀ ਹੈ, ਅਨੇਕ ਵੀ ਹੈ, ਇੱਕ ਵੀ ਹੈ। ਨਾਨਾ ਵਿਧ ਕੀਨੋ ਵਿਸਥਾਰ, ਉਹਨੇ ਕਈ ਤਰੀਕਿਆਂ ਨਾਲ, ਵਿਧ ਵਿਧੀ ਤਰੀਕੇ, ਉਹਨੇ ਸੰਸਾਰ ਦਾ ਵਿਸਥਾਰ ਕਈ ਤਰੀਕਿਆਂ ਨਾਲ ਕੀਤਾ ਹੈ। ਪ੍ਰਭ ਅਬਿਨਾਸ਼ੀ ਇੱਕ ਓਂਕਾਰ, ਪਰ ਪਰਮਾਤਮਾ ਆਪ ਅਬਿਨਾਸ਼ੀ ਹੈ ਅਤੇ ਇੱਕ ਹੈ। ਉਹਦਾ ਆਕਾਰ ਇੱਕ ਹੈ, ਉਹ ਇੱਕ ਹੈ, ਉਹ ਇੱਕ ਓਂਕਾਰ ਹੈ ਅਤੇ ਅਬਿਨਾਸ਼ੀ ਹੈ। ਨਾਨਾ ਚਰਿਤ ਕਰੇ ਖਿਨ ਮਾਹੇ, ਚਰਿਤ ਕੌਤਿਕ, ਕਈ ਪ੍ਰਕਾਰ ਦੇ ਕੌਤਿਕ ਉਹ ਇੱਕ ਸੈਕਿੰਡ ਵਿੱਚ ਕਰ ਦਿੰਦਾ ਹੈ। ਪੂਰਿਓ ਪੂਰਨ ਸਭ ਠਾਏ, ਪਰਮਾਤਮਾ ਸਾਰੀਆਂ ਥਾਵਾਂ 'ਤੇ ਵਸਦਾ ਹੈ। ਪੂਰਿਓ ਵਸਦਾ ਹੈ, ਪੂਰਨ ਸਭ ਠਾਏ, ਉਹ ਪੂਰਨ ਪ੍ਰਭੂ ਸਾਰੀਆਂ ਥਾਵਾਂ 'ਤੇ ਵਸਦਾ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਵਸਦਾ। ਨਾਨਾ ਵਿਧ ਕਰ ਬਣਤ ਬਣਾਈ, ਉਹਨੇ ਅਨੇਕਾਂ ਤਰੀਕਿਆਂ ਨਾਲ ਇਸ ਸੰਸਾਰ ਦੀ ਰਚਨਾ ਕੀਤੀ ਹੈ, ਬਣਤਰ ਬਣਾਈ ਹੈ। ਆਪਣੀ ਕੀਮਤ ਆਪੇ ਪਾਈ, ਅਤੇ ਆਪਣੀ ਕੀਮਤ ਨੂੰ ਭਾਵ ਆਪਣੀ ਵਡਿਆਈ ਨੂੰ, ਆਪਣੀ ਮਹਾਨਤਾ ਨੂੰ ਉਹ ਆਪ ਹੀ ਜਾਣਦਾ ਹੈ। ਅਸੀਂ ਉਹਦੀ ਮਹਾਨਤਾ ਨੂੰ ਨਹੀਂ ਜਾਣ ਸਕਦੇ, ਉਹਦੀ ਗ੍ਰੇਟਨੈਸ ਨੂੰ ਨਹੀਂ ਜਾਣ ਸਕਦੇ। ਸਭ ਘਟ ਤਿਸਕੇ, ਸਭ ਤਿਸਕੇ ਠਾਂ, ਘਟ ਸਰੀਰ ਨੂੰ ਕਹਿੰਦੇ ਨੇ, ਹਿੰਦੀ 'ਚ ਘਟ ਘੜੇ ਨੂੰ ਵੀ ਕਹਿੰਦੇ ਨੇ, ਇੱਥੇ ਸਰੀਰ ਦਾ ਭਾਵ ਹੈ। ਸਭ ਘਟ ਤਿਸਕੇ, ਇਹ ਸਾਰੇ ਸਰੀਰ ਉਸਦੇ ਹਨ। ਸਭ ਤਿਸਕੇ ਠਾਂ, ਸਾਰੇ ਥਾਂ ਉਸਦੇ ਹਨ। ਜਪ ਜਪ ਜੀਵੈ ਨਾਨਕ ਹਰਿ ਨਾਮ, ਗੁਰੂ ਮਹਾਰਾਜ ਕੇ ਅਸੀਂ ਤੇ ਪਰਮਾਤਮਾ ਨਾਮ ਜਪ ਜਪ ਕੇ ਜਿਉਂਦੇ ਹਾਂ। ਅਸੀਂ ਉਹਦਾ ਨਾਮ ਜਪ ਜਪ ਕੇ ਜਿਉਂਦੇ ਹਾਂ। ਨਾਮ ਕੇ ਧਾਰੇ ਸਗਲੇ ਜੰਤ, ਸਾਰੇ ਜੀਵ ਪਰਮਾਤਮਾ ਦੇ ਨਾਮ ਨਾਲ ਬਣਾਏ ਗਏ ਹਨ। ਨਾਮ ਪਰਮਾਤਮਾ ਦੇ ਹੁਕਮ ਨੂੰ ਵੀ ਕਹਿੰਦੇ ਨੇ, ਅਤੇ ਨਾਮ ਪਰਮਾਤਮਾ ਨੂੰ ਵੀ ਕਹਿੰਦੇ ਨੇ, ਅਤੇ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਦੇ ਇਹ ਨਾਮ ਵੀ ਪਰਮਾਤਮਾ ਹੀ ਹੈ। ਨਾਮ ਹੁਕਮ ਵੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਸਾਰੇ ਜੀਵ ਪਰਮਾਤਮਾ ਦੇ ਹੁਕਮ ਨਾਲ ਬਣੇ ਹਨ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰੇ ਖੰਡ ਬ੍ਰਹਿਮੰਡ ਇਹ ਨਾਮ ਦੇ ਆਸਰੇ ਹਨ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਸਾਰੀਆਂ ਸਿਮਰਤੀਆਂ, ਸਾਰੇ ਵੇਦ, ਸਾਰੇ ਪੁਰਾਣ ਜਿਹਦੇ 'ਚ ਨਾਮ ਦੀ ਮਹਿਮਾ ਵਰਣ ਕੀਤੀ ਗਈ ਹੈ, ਇਹ ਨਾਮ ਦੇ ਧਾਰੇ ਨੇ। ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਜੋ ਅਸੀਂ ਸੁਣ ਰਹੇ ਹਾਂ, ਜੋ ਸਾਨੂੰ ਗਿਆਨ ਹੈ, ਜੋ ਅਸੀਂ ਧਿਆਨ ਲਾਉਂਦੇ ਹਾਂ, ਇਹ ਸਭ ਨਾਮ ਦੇ ਆਸਰੇ ਹੈ। ਨਾਮ ਕੇ ਧਾਰੇ ਆਗਾਸ ਪਾਤਾਲ, ਇਹ ਆਕਾਸ਼ ਅਤੇ ਪਾਤਾਲ ਨਾਮ ਦੇ ਆਸਰੇ ਹੀ ਬਣੇ ਅਤੇ ਟਿਕੇ ਹੋਏ ਹਨ। ਧਾਰਨਾ ਟਿਕਾਉਣਾ ਵੀ ਹੁੰਦਾ, ਆਸਰਾ ਦੇਣਾ। ਇਹ ਆਕਾਸ਼ ਪਾਤਾਲ ਕਿਸੇ ਵਿਅਕਤੀ ਦੇ, ਕਿਸੇ ਚੀਜ਼ ਦੇ ਆਸਰੇ ਨਹੀਂ, ਇਹ ਤਾਂ ਪਰਮਾਤਮਾ ਦੇ ਨਾਮ ਦੇ ਆਸਰੇ ਖੜ੍ਹੇ ਨੇ। ਪੁਰਾਣੇ ਜ਼ਮਾਨੇ ਧਰਤੀ ਜੀ ਬਲਦ ਦੇ ਸਿੰਘ 'ਤੇ ਖੜ੍ਹੀ ਹੈ। ਗੁਰੂ ਨਾਨਕ ਕਹਿੰਦੇ ਫਿਰ ਬਲਦ ਕਿਹਦੇ 'ਤੇ ਖੜ੍ਹਾ? ਜੇ ਧਰਤੀ ਬਲਦ ਦੇ ਸਿੰਘ 'ਤੇ ਖੜ੍ਹੀ ਹੈ ਤਾਂ ਬਲਦ ਕਦੇ 'ਤੇ ਖੜ੍ਹਾ ਹੈ? ਉਹ ਕਿਤੇ ਖੜ੍ਹਾ? ਉਹ ਤਾਂ ਕਾਸੇ ਖੜ੍ਹਾ ਹੋਏਗਾ। ਅਤੇ ਜੇ ਉਹ ਕਿਸੇ ਚੀਜ਼ 'ਤੇ ਖੜ੍ਹਾ ਤਾਂ ਉਹ ਜਿਹੜੀ ਚੀਜ਼ ਜਿਸ 'ਤੇ ਉਹ ਖੜ੍ਹਾ ਹੈ ਉਹ ਕਿਸ ਚੀਜ਼ 'ਤੇ ਖੜ੍ਹੀ ਹੈ? ਕਹਿੰਦੇ ਨਹੀਂ, ਇਹ ਸਭ ਕੁਛ ਪਰਮਾਤਮਾ ਦੇ ਹੁਕਮ 'ਚ ਖੜ੍ਹਾ ਹੈ। ਬਸ ਇਹ ਕਿਸੇ ਦੇ ਆਸਰੇ ਨਹੀਂ, ਇਹ ਨਾਮ ਦੇ ਆਸਰੇ, ਇਹਦੇ ਹੁਕਮ ਦੇ ਵਿੱਚ ਸਭ ਚੱਲ ਰਹੇ। ਸਭ ਪਰਮਾਤਮਾ ਦੇ ਭੈ 'ਚ ਨੇ। ਭੈ ਵਿੱਚ ਇੰਦ ਹੈ, ਭੈ ਵਿੱਚ ਚੰਦ ਹੈ, ਭੈ ਸੂਰਜ ਕੋ ਕਰੋੜੀ ਚਲਤ ਨਾ ਅੰਤ, ਸਭ ਉਹਦੇ ਭੈ 'ਚ ਨੇ, ਉਹਦੇ ਹੁਕਮ 'ਚ ਨੇ। ਨਾਮ ਕੇ ਧਾਰੇ ਸਗਲ ਆਕਾਰ,
ਸਾਰੇ ਆਕਾਰ ਜਿੰਨੇ ਵੀ ਦਿਖਾਈ ਦੇ ਰਹੇ ਨੇ ਅੱਖਾਂ ਨਾਲ, ਚਾਹੇ ਸੂਖਮ ਨੇ ਸਾਰੇ, ਚਾਹੇ ਸਤੂਲ ਨੇ, ਸਭ ਨਾਮ ਦੇ ਆਸਰੇ ਖੜੇ ਨੇ। ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਸਾਰੀਆਂ ਪੁਰੀਆਂ ਸਾਰੇ ਭਵਨ ਇਹ ਨਾਮ ਦੇ ਆਸਰੇ ਨੇ। ਨਾਮ ਕੈ ਸੰਗ ਉਦਰੇ ਸੁਨ ਸ਼ਰਵਨ, ਇਹਨੂੰ ਸਰਵਣ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ ਸ਼ਰਵਣ। ਸ਼ਰਵਣ ਹੁੰਦਾ ਕੰਨ। ਨਾਮ ਕੈ ਸੰਗ ਉਦਰੇ ਸੁਨ ਸ਼ਰਵਨ, ਨਾਮ ਨੂੰ ਕੰਨਾਂ ਨਾਲ ਸੁਣ ਕੇ ਹੀ ਸਭ ਦਾ ਪਾਰ ਉਤਾਰਾ ਹੁੰਦਾ ਹੈ। ਸੋ ਸੁਣਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ। ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਸੁਣ ਹੀ ਨਹੀਂ ਰਿਹਾ, ਤਾਂ ਬਸ ਐਵੇਂ ਹਵਾ 'ਚ ਹੀ ਤਲਵਾਰਾਂ ਮਾਰਨੀ। ਸੁਣਨੇ ਤਾਂ ਪ੍ਰਾਪਤੀ ਹੋਣੀ। ਜੇ ਧਿਆਨ ਤੱਕ ਗਿਆ ਹੈ, ਕੋਹਲੀ ਸਵੀਟਸ ਕੋਲੇ ਰਸਗੁੱਲੇ ਖਾ ਰਿਹਾ, ਚਾਂਪਾਂ ਖਾ ਰਿਹਾ, ਅਤੇ ਉਹ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਫਿਰ ਕੀ ਗੱਲ ਬਣੇਗੀ? ਵੇ ਮਹਾਨਤਾ ਤਾਂ ਸਾਰੀ ਧਿਆਨ ਦੀ ਹੈ, ਮਹਾਨਤਾ ਤਾਂ ਸਾਰੀ ਸੁਣਨ ਦੀ ਹੈ। ਇਸ ਲਈ ਪਹਿਲਾਂ ਸੁਣਨ ਦੀਆਂ ਪੌੜੀਆਂ ਆਉਂਦੀਆਂ ਜਪਜੀ ਸਾਹਿਬ, ਫਿਰ ਕਹਿ ਜੋ ਸੁਣਿਆ ਉਹਨੂੰ ਮੰਨੋ, ਫਿਰ ਮੰਨਣ ਦੀ ਹੈ। ਸੋ ਸੁਣ ਕੇ ਮੰਨਣਾ, ਜਿੰਨੀ ਸੁਣ ਕੇ ਮੰਨਿਆ ਸੇ ਪੁਰਖ ਪ੍ਰਧਾਨ ਹੈ। ਬਸ ਉਹ ਮਹਾਂਪੁਰਖ ਹੋ ਗਏ, ਉਹਨਾਂ ਸੁਣ ਕੇ ਮੰਨ ਲਿਆ। ਅਸੀਂ ਸੁਣਦੇ ਹਾਂ, ਇੱਕ ਕੰਨੋਂ ਸੁਣਿਆ, ਦੂਜੇ ਕੰਨੋਂ ਕੱਢਤਾ। ਇੱਕ ਬੰਦਾ ਕਹਿੰਦਾ ਪਰਮਾਤਮਾ ਕੋ ਕਮਲਾ ਸੀ, ਜੇ ਉਹਨੇ ਅੰਦਰ ਹੀ ਰੱਖਣਾ ਸੀ ਫਿਰ ਇੱਕੋ ਕੰਨ ਲਾਉਂਦਾ। ਉਹਨੇ ਦੋ ਲਾਏ ਨੇ, ਤੇ ਸੁਣੋ ਇੱਧਰੋਂ ਕੱਢ ਦਿਓ। ਕਹਿੰਦੇ ਇਸ ਲਈ ਦੋ ਲਾਏ ਨੇ। ਆਪਣੀ ਆਪਣੀ ਇੰਟਰਪ੍ਰੈਟੇਸ਼ਨ, ਕੋਈ ਕਿਵੇਂ ਇੰਟਰਪ੍ਰੈਟ ਕਰਦਾ ਕਿਸੇ ਚੀਜ਼ ਨੂੰ। ਉਹ ਕਹਿੰਦਾ ਪਰਮਾਤਮਾ ਨੇ ਇਸ ਲਈ ਦੋ ਕੰਨ ਲਾਏ ਨੇ, ਇੱਧਰ ਸੁਣੋ ਇੱਧਰੋਂ ਕੱਢ ਦਿਓ। ਇਹਦੇ ਵਿੱਚ ਭਾਵੇਂ ਹੱਸਦਾ ਹੀ ਕਹਿ ਰਿਹਾ ਸੀ। ਸੋ ਗੁਰੂ ਮਹਾਰਾਜ ਕਹਿੰਦੇ ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਪਰਮਾਤਮਾ ਕਿਰਪਾ ਕਰ ਜਿਸ ਨੂੰ ਆਪਣੇ ਨਾਮ ਨਾਲ ਲਾ ਦਿੰਦਾ ਨਾ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਉਹਨੂੰ ਫਿਰ ਚੌਥੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਤਿੰਨ ਪਦਵੀਆਂ ਮਾਇਆ ਦੀਆਂ ਨੇ, ਪਹਿਲੀ ਤਮੋ, ਦੂਜੀ ਰਜੋ, ਤੀਜੀ ਸਤੋ, ਅਤੇ ਚੌਥੀ ਹੈ ਸਹਿਜ ਅਵਸਥਾ ਦੀ। ਉਹ ਚੌਥਾ ਪਦ ਹੈ, ਉਹ ਉਨਮਨੀ ਅਵਸਥਾ ਹੈ, ਉਹ ਬ੍ਰਹਮ ਗਿਆਨ ਦੀ ਅਵਸਥਾ ਹੈ। ਜਿਹੜਾ ਬੰਦਾ ਚੌਥੇ ਪਦ 'ਤੇ ਪਹੁੰਚ ਜਾਂਦਾ ਹੈ, ਸੋ ਜਨ ਗਤ ਪਾਏ, ਉਹ ਮੁਕਤ ਹੋ ਜਾਂਦਾ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪਹੁੰਚੇਗਾ ਕਿਵੇਂ? ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਪਰਮਾਤਮਾ ਕਿਰਪਾ ਕਰੇ ਜਿਸ ਨੂੰ ਆਪਣਾ ਨਾਮ ਜਪਵਾਉਂਦਾ ਹੈ ਨਾ, ਕਹਿੰਦਾ ਚੌਥੇ ਪਦ 'ਤੇ ਪਹੁੰਚ ਜਾਂਦਾ ਅਤੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਸੋ ਨਾਮ ਹੀ ਇੱਕ ਸਾਧਨ ਹੈ। ਸਿਆਣੇ ਕਹਿੰਦੇ 100 ਗਜ਼ ਰੱਸਾ ਸਿਰੇ 'ਤੇ ਗੰਢ। ਜੇ ਰੱਸੇ ਨੂੰ ਗੰਢ ਨਾ ਦੇ, ਰੱਸਾ ਖੁੱਲ੍ਹ ਜਾਂਦਾ। ਇੰਨਾ ਲੰਮਾ ਰੱਸਾ ਵੀ ਖੁੱਲ੍ਹ ਜਾਏਗਾ। ਗੰਢ ਦੇ ਦਿਓ, ਫਿਰ ਵੱਟ ਪੈ ਉਸੇ ਤਰ੍ਹਾਂ ਰਹਿੰਦੇ ਨੇ। ਹਾਂਜੀ, ਭਾਵ ਤਤ ਸਾਰ ਹੈ। ਤਤ ਸਾਰ ਬਣ ਜੀ ਕਿ ਨਾਮ ਜਪੋ, ਸ਼ੁਭ ਕਰਮ ਕਰੋ ਪਹਿਲਾਂ, ਦੂਜਾ ਨਾਮ ਜਪੋ। ਸ਼ੁਭ ਕਰਮ ਪਹਿਲੇ ਨੰਬਰ 'ਤੇ, ਨਾਮ ਜਪੋ ਦੂਜੇ ਨੰਬਰ 'ਤੇ। ਕਿਉਂਕਿ ਜਿੰਨਾ ਚਿਰ ਅਸੀਂ ਸ਼ੁਭ ਕਰਮ ਨਹੀਂ ਕਰਦੇ, ਨਾਮ ਜਪਣ ਦੇ ਬਾਵਜੂਦ ਵੀ ਅਸੀਂ ਸੁਖੀ ਨਹੀਂ ਹੋ ਸਕਦੇ। ਫਿਰ ਕਈਆਂ ਨੂੰ ਤਾਂ ਸ਼ੁਭ ਨਾਮ 'ਤੇ ਜਪਿਆ ਪਰ ਸ਼ੁਭ ਕਰਮ ਨਹੀਂ ਕੀਤਾ, ਇਸ ਲਈ ਜੇਲ੍ਹਾਂ 'ਚ ਬੈਠੇ ਨੇ। ਨਾਮ ਜਪਣ ਵਾਲੇ, ਜਪਾਉਣ ਵਾਲੇ ਵੀ ਜੇਲ੍ਹਾਂ 'ਚ ਬੈਠੇ ਨੇ, ਕਿਉਂਕਿ ਆਪ ਸ਼ੁਭ ਕਰਮ ਨਹੀਂ ਕੀਤੇ। ਪਹਿਲੀ ਸ਼ਰਤ ਹੈ ਸ਼ੁਭ ਕਰਮ ਕਰਨਾ, ਫਿਰ ਨਾਮ ਜਪਣਾ। ਅੱਗੇ ਗੁਰੂ ਮਹਾਰਾਜ ਕਹਿੰਦੇ ਰੂਪ ਸਤ ਜਾ ਕਾ ਸਤ ਸਥਾਨ। ਉਹਦਾ ਰੂਪ ਵੀ ਸਤ ਹੈ, ਸਦਾ ਰਹਿਣ ਵਾਲਾ ਹੈ। ਉਹ ਜਿਸ ਥਾਂ 'ਤੇ ਰਹਿੰਦਾ ਉਹ ਵੀ ਸਤ ਹੈ, ਤਾਂ ਹੀ ਸੱਚਖੰਡ ਕਹਿੰਦੇ ਨੇ। ਸੱਚ ਅਤੇ ਸਤ ਦਾ ਇੱਕੋ ਹੀ ਮੀਨਿੰਗ ਹੈ, ਸਦਾ ਰਹਿਣ ਵਾਲਾ। ਪਰਮਾਤਮਾ ਨੇ ਹੋਰ ਜਿੰਨੇ ਖੰਡ ਬ੍ਰਹਿਮੰਡ ਬਣਾਏ ਨੇ, ਗੁਰਬਾਣੀ ਕਹਿੰਦੇ ਨਾਸ ਹੋਣ ਵਾਲੇ ਹਨ। ਸਦਾ ਰਹਿਣ ਵਾਲਾ ਸੱਚਖੰਡ, ਜਿੱਥੇ ਪਰਮਾਤਮਾ ਰਹਿੰਦਾ ਉਹ ਸਦਾ ਰਹਿਣ ਵਾਲਾ ਹੈ। ਉਹਨੂੰ ਸੱਤਖੰਡ ਕਹਿ ਲਓ ਚਾਹੇ ਸੱਚਖੰਡ ਕਹਿ ਲਓ, ਇੱਕੋ ਹੀ ਗੱਲ ਹੈ। ਉਹਦਾ ਅਸਥਾਨ ਵੀ ਸਤ, ਉਹ ਆਪ ਵੀ ਸਤ। ਪੁਰਖ ਸਤ ਕੇਵਲ ਪ੍ਰਧਾਨ,
ਉਹ ਸਤਿਪੁਰਖ ਹੈ, ਉਹੀ ਪ੍ਰਧਾਨ ਪੁਰਖ ਹੈ, ਹੋਰ ਕੋਈ ਉਹਦੇ ਮੁਕਾਬਲੇ ਦਾ ਨਹੀਂ ਹੈ, ਸਭ ਤੋਂ ਵੱਡਾ ਹੈ। ਕਰਤੂਤ ਸਤ, ਸਤ ਜਾ ਕੀ ਬਾਣੀ। ਖੈਰ ਹੈ ਜੇ ਦੋ ਇਕੱਠੇ ਹੋਣਾ ਐ ਨਹੀਂ, ਪਰ ਕਰਤੂਤ ਸਤ, ਸਤ ਜਾ ਕੀ ਬਾਣੀ ਐ ਨਹੀਂ ਪੜ੍ਹਨਾ। ਕਰਤੂਤ ਨਾਲ ਸਤ ਲਾਉਣਾ, ਫਿਰ ਬਾਣੀ ਨਾਲ ਸਤ ਲਾਉਣਾ। ਕਰਤੂਤ ਸਤ, ਸਤ ਜਾ ਕੀ ਬਾਣੀ। ਜਿਹਦੇ ਕਰਮ ਵੀ ਸਤ ਅਤੇ ਜਿਹਦੀ ਬਾਣੀ ਵੀ ਸਤ, ਜਿਹਦੀ ਬਾਣੀ ਵੀ ਸਤ, ਜਿਹਦੇ ਕਰਮ ਵੀ ਸਤ। ਕਰਤੂਤ ਬਣੇ ਕਰਮ। ਅੱਜ ਕਰਤੂਤ ਬੈਡ ਸੈਂਸ 'ਚ ਹੋ ਗਿਆ ਹੈ। ਗੁਰੂ ਮਹਾਰਾਜ ਵੇਲੇ ਕਰਤੂਤ ਸ਼ਬਦ ਗੁੱਡ ਸੈਂਸ 'ਚ ਸੀ। ਬਾਹਮਣ ਗੁਰੂ ਮਹਾਰਾਜ ਵੇਲੇ ਗੁੱਡ ਸੈਂਸ 'ਚ ਸੀ, ਅੱਜ ਬੈਡ ਸੈਂਸ 'ਚ ਹੋ ਗਿਆ। ਕਿਸੇ ਨੂੰ ਕਹਾ ਆ ਵੀ ਬਾਹਮਣਾ, ਅਲਾ ਕਹੇ ਯਾਰ ਕੀ ਗੱਲ, ਤੈਨੂੰ ਬੋਲਣ ਦਾ ਚੱਜ ਨਹੀਂ ਹੈ। ਸਿਖੜਾ ਪੰਚਮ ਪਾਤਸ਼ਾਹ ਵੇਲੇ ਕਿੰਨਾ ਸਤਿਕਾਰਯੋਗ ਸ਼ਬਦ ਸੀ। ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਅੱਜ ਕਿਸੇ ਨੂੰ ਸਿਖੜਾ ਕਹੋ, ਅਲਾ ਤੁਹਾਨੂੰ ਫੜ ਲਏਗਾ। ਤੈਨੂੰ ਬੋਲਣਾ ਆਉਂਦਾ ਕਿ ਸਿਖਾਵਾਂ? ਕਿਸੇ ਕਹਿ ਕੇ ਦੇਣਾ ਆ ਵੀ ਸਿਖੜਿਆ, ਬੈਡ ਸੈਂਸ 'ਚ ਹੋ ਗਿਆ। ਹੁਣ ਵਰਤਿਆ ਗੁੱਡ ਸੈਂਸ ਸੀ ਗੁਰੂ ਮਹਾਰਾਜ ਨੇ। ਬਾਹਮਣ ਗੁੱਡ ਸੈਂਸ 'ਚ ਵਰਤਿਆ ਸੀ ਗੁਰਬਾਣੀ 'ਚ, ਪਰ ਅੱਜ ਬੈਡ ਸੈਂਸ 'ਚ ਹੋ ਗਿਆ। ਕਰਤੂਤ ਵੀ ਗੁੱਡ ਸੈਂਸ 'ਚ ਵਰਤਿਆ ਸੀ। ਮੈਂ ਜਾਣਦਾ ਤੇਰੀਆਂ ਕਰਤੂਤਾਂ, ਅੱਜ ਬੈਡ ਸੈਂਸ 'ਚ ਹੋ ਗਿਆ। ਸ਼ਬਦ ਉਹੀ ਹੈ। ਆਹਰ ਕਰ ਜਿਹਾ ਕਿਉਂ ਹੋਇਆ? ਜਿਹੋ ਜਿਹੇ ਅਸੀਂ ਹਾਂ ਉਹੋ ਜਿਹੇ ਅਸੀਂ ਸ਼ਬਦਾਂ ਨੂੰ ਅਰਥ ਦੇ ਲੈਂਦੇ। ਅਸੀਂ ਸ਼ਬਦਾਂ ਨੂੰ ਵੀ ਆਪਣੇ ਅਨੁਸਾਰ ਢਾਹ ਲੈਂਦੇ। ਸਾਡੇ ਕੰਮ ਮਾੜੇ ਹੋ ਗਏ ਨੇ, ਇਸ ਲਈ ਅਸੀਂ ਕਰਤੂਤ ਕਹਿਣ ਲੱਗ। ਜਿਹੋ ਜਿਹੇ ਅਸੀਂ ਹਾਂ ਉਹਦੇ ਅਨੁਸਾਰ ਅਸੀਂ ਸ਼ਬਦਾਂ ਦੇ ਅਰਥ ਕੱਢਣੇ, ਬਦਲਤੇ ਅਰਥ ਹੀ ਬਦਲਤੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਕਰਤੂਤ ਸਤ, ਸਤ ਜਾ ਕੀ ਬਾਣੀ। ਸਤਿਪੁਰਖ ਸਭ ਮਾਹੇ ਸਮਾਣੀ। ਪਰਮਾਤਮਾ ਸਤਿਪੁਰਖ ਹੈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਸਭ ਮਾਹੇ ਸਮਾਣੀ। ਸਮਾਣੀ ਇਸਤਰੀ ਲਿੰਗ ਹੈ ਨਾ, ਇਸ ਲਈ ਪੁਰਖ ਖੱਖ ਨੂੰ ਕੁੜਾਤਾ ਹੈ। ਧਿਆਨ ਸਤਿਪੁਰਖ ਪਹਿਲਾ, ਅੱਗੇ ਪਹਿਲਾ ਹੈ ਪੁਰਖ ਸਤ, ਕੇਵਲ ਪ੍ਰਧਾਨ ਹੈ ਨਾ, ਉੱਥੇ ਖੱਖ ਨੂੰ ਕੁੜ ਹੈ। ਇੱਥੇ ਸਤਿਪੁਰਖ ਸਭ ਮਾਹੇ ਸਮਾਣੀ। ਸਤਿਪੁਰਖ ਸਾਰਿਆਂ ਦੇ ਸਮਾਈ ਹੋਈ ਹੈ। ਇਸ ਲਈ ਦੇਖੋ ਬੜੇ ਧਿਆਨ ਨਾਲ ਬਾਣੀ ਦੇ ਪਹਿਲੇ ਲਿਖੇ ਨੇ। ਪੁਰਖ ਦੇ ਖੱਕੇ ਨੂੰ ਕੁੜਾਤਾ ਹੈ, ਇਸਤਰੀ ਲਿੰਗ ਬਣਾਤਾ ਹੈ। ਪਿੰਨੀ ਤਾਂ ਕਹਿ ਰਿਹਾ ਜੀ ਇਹ ਤਾਂ ਪੁਰਖ ਦਾ ਪੁਲਿੰਗ ਹੈ, ਸਮਾਣੀ ਕਿਵੇਂ ਇਹਦੇ ਨਾਲ ਹੋ ਸਕਦਾ ਹੈ? ਕਈ ਵਾਰ ਬੈਠਾ ਮੈਂ ਸੋਚੀਏ, ਮੈਂ ਦੇਖੋ ਕਿੰਨੇ ਧਿਆਨ ਨਾਲ ਭਾਈ ਗੁਰਦਾਸ ਜੀ ਨੇ ਸਪੈਲਿੰਗ ਲਿਖੇ ਨੇ। ਬਈ ਜੇ ਔਂਕੜ ਲਾਤਾ ਤੇ ਅਰਥ ਹੋਰ ਹੋ ਜਾਣਾ, ਹਟਾਤਾ ਤੇ ਅਰਥ ਹੋਰ ਹੋ ਜਾਣਾ। ਸਤਿਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾ ਕੀ ਰਚਨਾ ਸਤ। ਉਹਦਾ ਕਰਮ ਵੀ ਸਤ ਤੇ ਉਹਦੀ ਰਚਨਾ ਵੀ ਸਤ। ਜੇ ਮੰਮੇ ਨੂੰ ਔਂਕੜ ਨਾ ਹੁੰਦਾ ਫਿਰ ਕਰਮ ਹੋਣਾ ਸੀ ਬਖਸ਼ਿਸ਼, ਉਹਦੀ ਬਖਸ਼ਿਸ਼ ਵੀ ਸਤ। ਹੁਣ ਮੰਮੇ ਨੂੰ ਔਂਕੜ ਹੈ, ਉਹਦਾ ਕਰਮ ਵੀ ਸਤ, ਉਹਦੀ ਰਚਨਾ ਵੀ ਸਤ। ਮੂਲ ਸਤ, ਸਤ ਉਤਪਤ। ਇਹ ਸਾਰੀ ਜਿਹੜੀ ਉਤਪਤੀ ਹੈ, ਪੈਦਾਇਸ਼ ਹੈ, ਇਹ ਸਤ ਮੂਲ ਤੋਂ ਹੋਈ ਹੈ, ਪਰਮਾਤਮਾ ਤੋਂ ਹੋਈ ਹੈ। ਮੂਲ ਵੀ ਸਤ। ਜਿਹੜੀ ਸ੍ਰਿਸ਼ਟੀ ਦਾ ਮੂਲ ਹੈ ਉਹ ਸਤ ਹੈ, ਉਹ ਪਰਮਾਤਮਾ ਹੈ। ਜਿਹੜੀ ਉਤਪਤੀ ਹੈ ਇਹ ਵੀ ਸਤ ਹੈ, ਕਿਉਂਕਿ ਉਹਦੇ ਵਿੱਚ ਬੈਠਾ ਹੈ, ਸਤ ਨੇ ਪੈਦਾ ਕੀਤਾ ਹੈ। ਸਤ ਕਰਨੀ ਨਿਰਮਲ ਨਿਰਮਲੀ। ਪਰਮਾਤਮਾ ਜਿਹੜੀ ਕਰਨੀ ਹੈ ਸਭ ਤੋਂ ਪਵਿੱਤਰ ਕਰਨੀ ਹੈ, ਨਿਰਮਲ ਤੋਂ ਨਿਰਮਲ ਹੈ। ਜਿਸੈ ਬੁਝਾਏ ਤਿਸੈ ਸਭ ਭਲੇ। ਜਿਸ ਨੂੰ ਪਰਮਾਤਮਾ ਸੋਝੀ ਬਖਸ਼ ਦਿੰਦਾ ਹੈ ਉਹਦੇ ਲਈ ਸਭ ਕੁਛ ਹੀ ਭਲਾ ਹੈ, ਉਹਦੇ ਲਈ ਸਭ ਕੁਛ ਭਲਾ ਹੈ। ਫਿਰ ਪਰਮਾਤਮਾ ਨੇ ਜੋ ਬਣਾਇਆ ਬਸ ਠੀਕ ਬਣਾਇਆ। ਆਪਾਂ ਤਾਂ ਕਈ ਜਾਨਵਰਾਂ ਨੂੰ ਵੇਖ ਕੇ ਕਹਿਣਗੇ ਆ ਕਾਕਰੋਚਾਂ ਬਿਨਾਂ ਯਾਰ ਕੀ ਖੜਾ ਸੀ ਗੱਡਾ, ਇਹਨਾਂ ਦੁਖੀ ਕਰ ਲਿਆ। ਆ ਮੱਛਰ ਬਣਾ ਦੇ ਰੱਬ ਨੇ ਜੀ, ਆਪਣੇ ਠੀਕ ਨਹੀਂ ਨਾ। ਪਰ ਜਦੋਂ ਅਸੀਂ ਬ੍ਰਹਮ ਗਿਆਨੀ ਹੋ ਜਾਵਾਂਗੇ ਫਿਰ ਮੱਛਰ ਮਾਰਾਂਗੇ ਨਹੀਂ। ਇਹ ਵੀ ਪਰਮਾਤਮਾ ਦੇ ਹੁਕਮ 'ਚ। ਜੇ ਪਰਮਾਤਮਾ ਹੁਕਮ ਹੋ ਤਾਂ ਹੀ ਮੈਨੂੰ ਲੜਨਗੇ, ਨਹੀਂ ਤਾਂ ਮੈਨੂੰ ਕਿਉਂ ਲੜਨਗੇ? ਉਹਨਾਂ ਨਹੀਂ ਲੜਦੇ। ਸਾਧੂ ਸੱਪਾਂ 'ਚ ਰਹਿੰਦੇ, ਕੋਈ ਸੱਪ ਡੰਗ ਨਹੀਂ ਮਾਰਦਾ, ਕੋਈ ਸ਼ੇਰ ਚੀਤਾ ਕਿਸੇ ਸਾਧੂ ਨੂੰ ਖਾਂਦਾ ਨਹੀਂ ਹੈ।
ਕਿਉਂ? ਸਾਧੂ ਜਿਹੜੇ ਸਾਧੂ ਹੁੰਦੇ ਨੇ ਉਹਨਾਂ ਨੂੰ ਸ਼ੇਰ 'ਚ ਰੱਬ ਦਿਸ ਰਿਹਾ ਹੁੰਦਾ, ਫਿਰ ਇਸ ਲਈ ਸ਼ੇਰ ਨੂੰ ਕੁਛ ਨਹੀਂ ਕਹਿੰਦਾ। ਸੱਪ ਦੇ ਵਿੱਚ ਉਹਨੂੰ ਰੱਬ ਦਿਸ ਰਿਹਾ ਹੁੰਦਾ, ਇਸ ਲਈ ਸੱਪ ਨੂੰ ਡੰਗ ਨਹੀਂ ਮਾਰਦਾ। ਸਾਧੂ ਦੇ ਕੋਲ ਸ਼ੇਰ ਵੀ ਬੈਠੇ ਤੇ ਬੱਕਰੀ ਵੀ ਬੈਠੀ ਹੈ, ਸ਼ੇਰ ਬੱਕਰੀ ਨੂੰ ਨਹੀਂ ਖਾਵੇਗਾ ਕਿਉਂਕਿ ਸਾਧੂ ਬੈਠਾ ਹੈ, ਉਹ ਸੁਭਾਅ ਹੀ ਬਦਲਦਾ ਹੈ। ਸਾਧੂ ਨੇ ਸ਼ੇਰ ਦਾ ਸੁਭਾਅ ਹੀ ਬਦਲ ਦਿੱਤਾ ਹੈ ਕਿ ਤੈਂ ਭਾਈ ਇਹਦੀ ਰੱਖਿਆ ਕਰਨੀ ਹੈ, ਇਹਨੂੰ ਮਾਰਨਾ ਨਹੀਂ ਹੈ। ਤਾਂ ਹੀ ਕਹਿੰਦੇ ਸਾਧੂ ਦੇ ਕੋਲ ਬਹਿਣੀ ਬਹੁਤ ਮਹਿਮਾ ਹੈ। ਸਾਧੂ ਕੋਈ ਗੱਲ ਕਰੇ ਨਾ ਕਰੇ ਕੋਈ ਗੱਲ ਨਹੀਂ, ਉਹਦੇ ਕੋਲ ਬੈਠਣੀ ਬੜੀ ਵੱਡੀ ਗੱਲ ਹੈ। ਉਹਦੇ ਵਿੱਚੋਂ ਜਿਹੜੀਆਂ ਵੇਵਜ਼ ਲਹਿਰਾਂ ਨਿਕਲ ਗਈਆਂ ਸਾਨੂੰ ਆ ਕੇ ਜੇ ਟਕਰਾਉਣਗੀਆਂ ਨਾ, ਸਾਡਾ ਮਨ ਸ਼ਾਂਤ ਹੋ ਜਾਏ ਕੋਲ ਬੈਠ ਕੇ, ਸਾਡੇ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਮੂੰਹੋਂ ਨਿਕਲਣ ਲੱਗ ਜਾਏਗਾ, ਅਗਰ ਉਹ ਵਾਕਈ ਸਾਧੂ ਹੈ ਤਾਂ। ਕਿਉਂਕਿ ਜਿਹੋ ਜਿਹਾ ਇਨਸਾਨ ਹੁੰਦਾ ਉਹੋ ਜਿਹੀ ਉਹਦੇ 'ਚੋਂ ਲਹਿਰਾਂ ਨਿਕਲਦੀਆਂ ਨੇ। ਜਿਹੜੇ ਸਾਇੰਸ ਜਾਣਦੇ ਨੂੰ ਪਤਾ ਲਹਿਰਾਂ ਕਈ ਪ੍ਰਕਾਰ ਦੀ, ਗਾਮਾ ਬੀਟਾ ਥੀਟਾ, ਕਈ ਪ੍ਰਕਾਰ ਦੀ ਲਹਿਰਾਂ ਨੇ, ਕੁਝ ਗੁੱਡ ਨੇ ਕੁਝ ਬੈਡ ਨੇ। ਹਾਂਜੀ, ਡਾਕੂਆਂ ਦੇ ਵਿੱਚੋਂ ਬੜੀਆਂ ਖਤਰਨਾਕ ਲਹਿਰਾਂ ਨਿਕਲਦੀਆਂ। ਕਿਸੇ ਡਾਕੂ ਨੂੰ ਸਾਧੂ ਵਾਲੇ ਕੱਪੜੇ ਪਵਾ ਕੇ ਨਾ ਤੁਹਾਡੇ ਕੋਲੋਂ ਲੰਘਾ ਦਿਓ, ਤੁਸੀਂ ਤਰਪਕ ਜਾਓਗੇ ਇੱਕ ਵਾਰੀ। ਕਿਉਂ? ਹੈ ਤੇ ਡਾਕੂ ਨਾ ਉਹਦੇ 'ਤੇ ਇੰਨੀਆਂ ਜ਼ਬਰਦਸਤ ਡਰਾਉਣੀਆਂ ਲਹਿਰਾਂ ਨਿਕਲੀਆਂ, ਤੁਸੀਂ ਡਰ ਗਏ, ਡਰ ਗਏ। ਭੂਤ ਨੂੰ ਵੇਖ ਕੇ ਕਿਉਂ ਡਰਦੇ ਹੋ? ਕਿਉਂ ਡਰਦੇ ਹੋ? ਉਹ ਭੈੜੀ ਆਤਮਾ ਹੈ, ਇਸ ਵਿੱਚ ਉਹਦੀ ਜਿਹੜੀ ਲਹਿਰਾਂ ਨਿਕਲਦੀਆਂ ਬੜੀਆਂ ਡਰਾਉਣੀਆਂ ਖਤਰਨਾਕ ਨਿਕਲਦੀਆਂ, ਅਤੇ ਅਸੀਂ ਭੂਤ ਨੂੰ ਵੇਖ ਕੇ ਡਰ ਜਾਂਦੇ ਹਾਂ। ਠੀਕ ਹੈ, ਇਸ ਲਈ ਡਰਦੇ। ਭਾਵੇਂ ਕੱਪੜੇ ਸਾਧ ਵਾਲੇ ਪਾਏ, ਪਰ ਅੰਦਰੋਂ ਤਾਂ ਡਾਕੂ ਹੈ ਨਾ, ਅੰਦਰੋਂ ਡਾਕੂ। ਇਸ ਕਰਕੇ ਮਹਾਤਮਾ ਬੁੱਧ ਦੇ ਵੇਲੇ ਉਂਗਲੀ ਮਾਰ ਡਾਕੂ ਹੁੰਦਾ ਸੀ ਬਿਹਾਰ 'ਚ। ਮਹਾਤਮਾ ਬੁੱਧ ਉੱਧਰ, ਉਹ ਜਿੱਥੇ ਡਾਕੂ ਪਹਾੜੀ 'ਤੇ ਰਹਿੰਦਾ ਸੀ, ਮਹਾਤਮਾ ਬੁੱਧ ਉਸ ਪਹਾੜੀ 'ਤੇ ਜਾ ਰਹੇ ਨੇ। ਇੱਕ ਬੰਦਾ ਮਿਲਿਆ, ਕਹਿੰਦੇ ਮਹਾਤਮਾ ਜੀ ਉੱਥੇ ਉਂਗਲੀ ਮਾਰ ਡਾਕੂ ਰਹਿੰਦਾ। ਕਹਿੰਦੇ ਫੇਰ? ਕਹਿੰਦੇ ਉਹਨੇ ਪ੍ਰਤਿੱਗਿਆ ਕੀਤੀ ਹੋਈ ਹੈ, ਜਿਹੜਾ ਉਹਦੇ ਸਾਹਮਣੇ ਆਉਂਦਾ ਹੈ ਉਹਨੂੰ ਵੱਢ ਕੇ ਉਹਦੇ ਹੱਥ ਦੀ ਇੱਕ ਉਂਗਲ ਆਪਣੇ ਗਲ 'ਚ ਪਰੋ ਲੈਂਦਾ ਹੈ। ਉਹਨੇ ਹੁਣ ਤੱਕ 99 ਬੰਦੇ ਮਾਰ ਦਿੱਤੇ ਉਂਗਲਾਂ ਪਰੋ ਰੱਖੀਆਂ ਹੋਈਆਂ, ਇਸ ਲਈ ਤੁਸੀਂ ਨਾ ਜਾਓ, ਉਹ ਤੁਹਾਨੂੰ ਮਾਰ ਦੇਗਾ। ਮਹਾਤਮਾ ਬੁੱਧ ਕਹਿੰਦੇ ਫਿਰ ਇਹੋ ਜਿਹੇ ਬੰਦੇ ਕੋਲ ਤਾਂ ਜ਼ਰੂਰ ਜਾਣਾ ਚਾਹੀਦਾ। ਦੇਖੋ ਬ੍ਰਹਮ ਗਿਆਨੀ ਡਰਿਆ ਨਹੀਂ ਕਰਦਾ ਹੁੰਦਾ, ਡਰਿਆ ਕਰ, ਫਿਰ ਇਹੋ ਜਿਹੇ ਬੰਦੇ ਕੋਲ ਜਾਣਾ ਚਾਹੀਦਾ। ਮਹਾਤਮਾ ਬੁੱਧ ਜਾ ਰਿਹਾ ਡਾਕੂ ਕੋਲੇ, ਡਾਕੂ ਦੇਖ ਕੇ ਕੋਈ ਮਹਾਤਮਾ ਆ ਰਿਹਾ ਹੈ, ਉਹ ਕਹਿੰਦਾ ਮੈਂ ਉਂਗਲੀ ਮਾਰ ਡਾਕੂ ਹਾਂ, ਦੌੜ ਜਾ ਜੇ ਤੈਨੂੰ ਜਾਨ ਬਚਾਉਣੀ ਹੈ ਤੂੰ। ਉਹ ਬੋਲੇ ਨਹੀਂ ਮਹਾਤਮਾ ਬੁੱਧ, ਉਹਦੇ ਵੱਲ ਨੂੰ ਜਾ ਰਹੇ। ਉਹ ਬੜਾ ਹੈਰਾਨ ਹੈ, ਕਮਾਲ ਹੈ, ਡਰਿਆ ਨਹੀਂ। ਕਹਿੰਦਾ ਤੈਨੂੰ ਸੁਣਿਆ ਨਹੀਂ, ਮੈਂ ਉਂਗਲੀ ਮਾਰ ਡਾਕੂ, ਜੇ ਮੇਰੇ ਨੇੜੇ ਆ ਗਿਆ ਆ ਦੇ ਲੈ ਕਿਰਪਾਨ, ਮੈਂ ਵੜ ਦੇਣਾ ਤੈਨੂੰ। ਮਹਾਤਮਾ ਬੁੱਧ ਹੋਰ ਨੇੜੇ ਚਲੇ ਗਏ, ਕੋਲ ਜਾ ਕੇ ਕਹਿੰਦੇ ਉਂਗਲੀ ਮਾਰ, ਮੈਂ ਮਰਨ ਹੀ ਆਇਆ। ਉਹ ਹੈਰਾਨ ਪਰੇਸ਼ਾਨ ਰਹਿ ਗਿਆ ਵੀ ਹੈ। ਕਹਿੰਦੇ ਉਂਗਲੀ ਮਾਰ, ਮੈਂ ਮਰਨ ਹੀ ਆਇਆ ਹਾਂ, ਪਰ ਮੈਨੂੰ ਮਾਰਨ ਤੋਂ ਪਹਿਲਾਂ ਇੱਕ ਕੰਮ ਕਰ ਦੇ। ਕਹਿੰਦੇ ਬੋਲ। ਕਹਿੰਦੇ ਉਹ ਦਰਖਤ ਦਾ ਨਾ ਇੱਕ ਪੱਤਾ ਤੋੜ ਕੇ ਲਿਆ, ਉਹਨੇ ਆਪਣੇ ਮਾਰਿਆ ਬਰਛਾ ਜਿਹਾ, ਟਾਹਣੀ ਤੋੜ, ਕਹਿੰਦੇ ਚੱਕ। ਕਹਿੰਦਾ ਵੀ ਉਂਗਲੀ ਮਾਰ, ਇੱਕ ਕੰਮ ਮੇਰਾ ਹੋਰ ਕਰ ਦੇ। ਕਹਿੰਦੇ ਬੋਲ। ਕਹਿੰਦੇ ਇਸ ਟਾਹਣੀ ਨੂੰ ਦੁਬਾਰਾ ਦਰਖਤ ਨਾਲ ਲਾ ਦੇ। ਕਹਿੰਦੇ ਦੁਬਾਰਾ ਤਾਂ ਨਹੀਂ ਲੱਗ ਸਕਦੀ। ਕਹਿੰਦੇ ਉਂਗਲੀ ਮਾਰ, ਮਾਰਨਾ ਆਸਾਨ ਹੈ, ਜੀਵਨ ਦਾਨ ਦੇਣਾ ਬਹੁਤ ਮੁਸ਼ਕਿਲ ਹੈ, ਸਵਾਦ ਤੇ ਤਾਂ ਹੈ, ਇਹਨੂੰ ਦੁਬਾਰਾ ਨਾਲ ਲਾ ਦੇ। ਬਸ ਉੱਥੇ ਹੀ ਹਥਿਆਰ ਸੁੱਟਦੇ, ਚਰਨੀ ਪੈ ਗਿਆ ਅਤੇ ਬੋਧੀ ਬਣ ਗਿਆ। ਚਲੋ ਬੋਧੀ ਬਣ ਗਿਆ, ਮਹਾਤਮਾ ਬੁੱਧ ਦੇ ਮੱਠ 'ਚ ਚਲਿਆ ਗਿਆ। ਜਿਹੜਾ ਰਾਜਾ ਸੀ ਉਹਨੂੰ ਪਤਾ ਲੱਗਾ ਕਿ ਉਂਗਲੀ ਮਾਰ ਡਾਕੂ ਡਾਕ ਕੇ ਛੱਡ ਬੈਠਾ ਹੈ ਅਤੇ ਬੋਧੀ ਬਣ ਗਿਆ ਹੈ। ਰਾਜਾ ਮਿਲਣ ਚਲਿਆ ਗਿਆ ਹੈ। ਅੱਗੇ ਸਾਧੂਆਂ ਦੇ ਵਿੱਚ ਉਹ ਡਾਕੂ ਵੀ ਬੈਠਾ, ਸਾਧੂ ਵਾਲੇ ਕੱਪੜੇ ਪਾ ਕੇ। ਜਦੋਂ ਰਾਜੇ ਦੀ ਨਿਗਾਹ ਪਈ ਨਾ ਉਸ 'ਤੇ, ਰਾਜ ਨੂੰ ਤਰੇਲੀਆਂ ਆ ਗਈਆਂ। ਉਹ ਵੀ ਸਮਝ ਗਿਆ। ਕਹਿੰਦਾ ਰਾਜਨ, ਹੁਣ ਮੈਂ ਡਾਕੂ ਨਹੀਂ ਰਿਹਾ, ਹੁਣ ਤੂੰ ਡਰ ਨਾ, ਹੁਣ ਮੈਂ ਸਾਧ ਹੋ ਗਿਆ। ਭਾਵ ਕੀ ਹੈ ਕਿ ਅਜੇ ਵੀ ਉਹਦੇ ਵਿੱਚੋਂ ਪੂਰੀਆਂ ਲਹਿਰਾਂ ਸਮਾਪਤ ਨਹੀਂ ਸਨ ਹੋਈਆਂ, ਡਰਾਉਣੀਆਂ। ਡਰ ਗਿਆ ਰਾਜਾ ਵੀ ਇੱਥੇ ਆਪ ਬੈਠੇ ਤੇ ਪਤਾ ਕਦੋਂ ਵੜ ਦੇਗਾ, ਕਈ ਦੀ ਇੰਨੀ ਦਹਿਸ਼ਤ ਹੋ ਜਾਂਦੀ। ਹਾਂਜੀ, ਸੋ ਇਸ ਲਈ
ਬ੍ਰਹਮ ਗਿਆਨੀ ਦੇ ਸਾਹਮਣੇ ਸਭ ਪੱਥਰ ਦਿਲ ਵੀ ਮੋਮ ਹੋ ਜਾਂਦੇ ਹਨ। ਬਸ ਉਹਦੇ ਮਾਤਾ ਬੁੱਧ ਵਿੱਚ ਲਹਿਰਾਂ ਇੰਨੀਆਂ ਜ਼ਬਰਦਸਤ ਨਿਕਲੀਆਂ, ਜਦੋਂ ਡਾਕੂ ਨੂੰ ਟਕਰਾਈਆਂ ਸਭ ਕੁਝ ਬਦਲ ਗਿਆ, ਸਭ ਕੁਝ ਬਦਲ ਗਿਆ। ਅਵਿਨੋਬਾ ਭਾਵੇਂ ਸੀ ਕਿੰਨੇ ਡਾਕੂ ਦੇ ਹਥਿਆਰ ਸੁਟਾਤੇ ਸਨ, ਸੁੱਟ ਦੋ ਕਹਿੰਦੇ ਹਥਿਆਰ। ਹੁਣ ਹਥਿਆਰ ਵਿਨੋਬਾ ਭਾ ਸਾਹਮਣੇ 150-200 ਡਾਕੂ ਦੇ ਹਥਿਆਰ ਸੁੱਟਤਾ ਸੀ। ਕਹਿੰਦੇ ਲੋ ਅੱਜ ਤੋਂ ਅਸੀਂ ਡਾਕੇ ਮਾਰਨੇ ਛੱਡੇ, ਸਰਕਾਰਾਂ ਤੋਂ ਲੋਟ ਨਾ ਆਏ, ਉਹ ਇਕੱਲੇ ਨਹੀਂ ਇੰਨੇ ਡਾਕੂ ਬਦਲਦੇ ਹਨ। ਸੋ ਸਾਧੂ ਸਾਧੂ ਹੀ ਹੁੰਦੇ ਹਨ। ਹਾਂਜੀ, ਸੋ ਗੁਰੂ ਮਹਾਰਾਜ ਕਹਿੰਦੇ ਸਤਿਨਾਮ ਪ੍ਰਭ ਕਾ ਸੁਖਦਾਈ, ਪਰਮਾਤਮਾ ਦਾ ਨਾਮ ਸੁਖ ਦੇਣ ਵਾਲਾ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ, ਇਹ ਵਿਸ਼ਵਾਸ ਜਿਹੜਾ ਹੈ ਕਿ ਪਰਮਾਤਮਾ ਦਾ ਨਾਮ ਸੁਖ ਦੇਣ ਵਾਲਾ ਹੈ, ਇਹ ਵਿਸ਼ਵਾਸ ਮੈਨੂੰ ਗੁਰੂ ਤੋਂ ਪ੍ਰਾਪਤ ਹੋਇਆ। ਇਹ ਜਿਹੜਾ ਵਿਸ਼ਵਾਸ ਹੈ ਇਹ ਕਹਿੰਦੇ ਮੈਨੂੰ ਗੁਰੂ ਤੋਂ ਪ੍ਰਾਪਤ ਹੋਇਆ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਸੁਖਦਾਈ ਹੈ, ਇਹ ਸੁਖ ਦੇਣ ਵਾਲਾ ਹੈ। ਇਸ ਲਈ ਭਾਈ ਜਿਹਨੇ ਸੁਖੀ ਹੋਣਾ ਨਾਮ ਜਪਿਆ ਕਰੋ, ਨਹੀਂ ਤਾਂ ਦੁਖੀ ਤਾਂ ਹੈ, ਇਹ ਤਾਂ ਪੁੱਛਣ ਦੀ ਲੋੜ ਨਹੀਂ। ਇਹ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਤੂੰ ਦੁਖੀ ਹੈ, ਨਾਨਕ ਦੁਖੀਆ ਸਭ ਸੰਸਾਰ, ਪੁੱਛਣਾ ਦੇ ਤੂੰ ਸੁਖੀ ਹੈ। ਉੱਤੋਂ ਕਹੂਗਾ ਹਾਂ ਸੁਖੀ ਹਾਂ, 2-10 ਮਿੰਟ ਗੱਲਾਂ ਬਾਤਾਂ ਕਰੋ, ਉਹਨੂੰ ਫਰੋਲੋ ਜਰਾ ਹੈ, ਬਸ ਲੱਗ ਜੂਗਾ ਆਪਣੇ ਦੁਖੜੇ ਰੋਣ। ਹਾਂਜੀ, ਇਸ ਲਈ ਪਰਮਾਤਮਾ ਦਾ ਨਾਮ ਜਪਣ ਨਾਲ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਹੁੰਦਾ ਹੈ ਕਿ ਦੁੱਖ ਸੁੱਖ ਉਹਦੇ ਹੁਕਮ 'ਚ ਆ ਰਹੇ ਹਨ। ਜੇ ਨਾਮ ਜਪ ਗਈ ਦੁੱਖ ਨੂੰ ਚੇਂਜ ਕੀਤਾ ਜਾ ਸਕਦਾ ਹੈ। ਸਤ ਬਚਨ ਸਾਧੂ ਉਪਦੇਸ਼, ਜਿਹੜਾ ਸਾਧੂ ਉਪਦੇਸ਼ ਦਿੰਦੇ ਉਹਨਾਂ ਦੇ ਬਚਨ ਸੱਤ ਹੁੰਦੇ ਨੇ। ਉਹ ਝੂਠਾ ਮੂਠਾ ਉਪਦੇਸ਼ ਨਹੀਂ ਦਿੰਦੇ, ਉਹ ਸੱਤ ਬਚਨ ਹੁੰਦੇ ਉਹਨਾਂ ਦੇ। ਸੱਤ ਕਰਕੇ ਮੰਨ ਲੈਣੇ ਚਾਹੀਦੇ ਨੇ। ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਅਤੇ ਉਹ ਜਨ ਵੀ ਸਤ ਹੋ ਜਾਂਦੇ ਜਿਹਦੇ ਹਿਰਦੇ 'ਚ ਸਾਧੂ ਦਾ ਉਪਦੇਸ਼ ਪ੍ਰਵੇਸ਼ ਕਰ ਜਾਂਦਾ ਹੈ। ਜਿਹਦੇ ਹਿਰਦੇ ਦੇ 'ਚ ਸਾਧੂ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਪ੍ਰਵੇਸ਼ ਕਰ ਜਾਂਦਾ ਹੈ, ਉਹ ਵਿਅਕਤੀ ਵੀ ਸਤ ਹੋ ਜਾਂਦਾ ਹੈ। ਸਤ ਨਿਰਤ ਬੂਝੈ ਜੇ ਕੋਈ, ਸਤ ਨਿਰਤ ਪ੍ਰੇਮ ਨੂੰ ਕਹਿੰਦੇ ਨੇ। ਕਹੇ ਜੇ ਕਿਸੇ ਨੂੰ ਪਤਾ ਲੱਗ ਜੇ, ਸੋਝੀ ਆ ਜੇ ਨਾ, ਤੇ ਸਤ ਤੇ ਨਿਰਾ ਪ੍ਰੇਮ ਹੈ। ਤਾਂ ਇਹ ਕਹਿੰਦੇ ਗੋਡ ਇਜ਼ ਲਵ, ਇਸ ਲਈ ਕਹਿੰਦੇ ਪਰਮਾਤਮਾ ਤੇ ਪਿਆਰ ਹੈ, ਪ੍ਰੇਮ ਹੈ। ਸਤ ਤੇ ਪ੍ਰੇਮ ਹੈ। ਜੇ ਕਿਸੇ ਨੂੰ ਸਮਝ ਆ ਜੇ ਤਾਂ ਨਾਮ ਜਪਤ ਤਾਂ ਕੀ ਗਤ ਹੋਏ, ਉਹਦਾ ਫਿਰ ਨਾਮ ਜਪ ਕੇ ਉਹਦੀ ਗਤੀ ਹੋ ਜਾਏਗੀ, ਉਹਦੀ ਮੁਕਤੀ ਹੋ ਜਾਏਗੀ। ਆਪ ਸਤ ਕੀਆ ਸਭ ਸਤ, ਪਰਮਾਤਮਾ ਸਤ ਹੈ, ਉਹਨੇ ਜੋ ਕੀਤਾ ਉਹ ਵੀ ਸਤ ਹੈ। ਆਪੇ ਜਾਣੈ ਆਪਣੀ ਮਿਤ ਗਤ, ਉਹ ਆਪਣੀ ਹੱਦ ਅਤੇ ਆਪਣੀ ਗਤ ਅਵਸਥਾ ਉਹ ਆਪ ਜਾਣਦਾ ਹੈ। ਅਸੀਂ ਨਾ ਉਹਦੀ ਅਵਸਥਾ ਨੂੰ ਜਾਣ ਸਕਦੇ ਹਾਂ, ਨਾ ਉਹਦੇ ਅੰਤ ਨੂੰ ਜਾਣ ਸਕਦੇ ਹਾਂ। ਜਿਸ ਕੀ ਸ੍ਰਿਸ਼ਟ ਸੋ ਕਰਨਾ ਹਰ, ਜਿਸ ਦੀ ਸ੍ਰਿਸ਼ਟੀ ਹੈ ਉਹੀ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਅਵਰ ਨਾ ਬੂਝ ਕਰਤ ਵਿਚਾਰ, ਉਹ ਕਿਸੇ ਨੂੰ ਪੁੱਛ ਕੇ ਕੋਈ ਵਿਚਾਰ ਨਹੀਂ ਕਰਦਾ, ਉਹ ਕਿਸੇ ਨੂੰ ਪੁੱਛ ਕੇ ਨਹੀਂ ਕੁਛ ਕਰਦਾ, ਉਹ ਜੋ ਕਰਦਾ ਆਪਣੀ ਮਰਜ਼ੀ ਨਾਲ ਕਰਦਾ ਹੈ। ਕਰਤੇ ਕੀ ਮਿਤ ਨਾ ਜਾਣੇ ਕੀਆ, ਅਸੀਂ ਤਾਂ ਕਰਤੇ ਦੇ ਕੀਤੇ ਹੋਏ ਹਾਂ, ਅਸੀਂ ਉਹਦੇ ਬਣਾਏ ਹੋਏ ਹਾਂ, ਇਸ ਲਈ ਅਸੀਂ ਉਹਦੀ ਸਮਰੱਥਾ ਨੂੰ ਜਾਣ ਹੀ ਨਹੀਂ ਸਕਦੇ, ਅਸੀਂ ਉਹਦੇ ਹੱਦ ਬੰਨੇ ਨੂੰ ਜਾਣ ਹੀ ਨਹੀਂ ਸਕਦੇ, ਕਿਉਂਕਿ ਇਸ ਤੋਂ ਉਹਦੇ ਬਣਾਏ ਹੋਏ ਹਾਂ। ਨਾਨਕ ਜੋਤ ਸੁਭਾਵੈ ਸੋ ਵਰਤੀਆ, ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਅਖੀਰ ਨੂੰ ਹੁੰਦਾ ਹੈ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਜਿਹਨੇ ਪਰਮਾਤਮਾ ਨੂੰ ਜਾਣ ਲਿਆ ਕਦੋਂ ਤਾਂ ਵਿਸਮਾਦ ਅਵਸਥਾ 'ਚ ਆ ਗਿਆ। ਵਿਸਮਾਦ ਅਵਸਥਾ ਉਹ ਹੁੰਦੀ ਜਿਸ ਨੂੰ ਸ਼ਬਦਾਂ 'ਚ ਵਰਣਨ ਨਹੀਂ ਕੀਤਾ ਜਾਵੇ, ਜਿਹਦੇ ਵਿੱਚ ਖੁਸ਼ੀ ਅਤੇ ਹੈਰਾਨੀ ਮਿਲੀ ਹੋਈ ਹੋਵੇ। ਜਿਹਨੂੰ ਵੇਖ ਕੇ ਅਸੀਂ ਹੈਰਾਨ ਰਹੇ ਹੈਂ ਅਤੇ ਨਾਲ ਖੁਸ਼ ਹੋ ਜੀ, ਉਹ ਵਿਸਮਾਦ ਦਾ ਪਰਮਾਤਮਾ ਵਿਸਮਾਦ ਹੈ। ਕਹਿੰਦੇ ਜਿਹਨੇ ਉਹਨੂੰ ਜਾਣ ਲਿਆ
ਉਹਨੂੰ ਫਿਰ ਇਸ ਵਿਸਮਾਦ ਦਾ ਆਨੰਦ ਵੀ ਆਉਂਦਾ ਹੈ। ਉਹਨੂੰ ਸਵਾਦ ਹੁੰਦਾ ਹੈ ਵੀ ਵਿਸਮਾਦ ਕਹਿੰਦੇ ਕਿਹਨੂੰ ਨੇ। ਪ੍ਰਭ ਕੈ ਰੰਗ ਰਾਚ ਜਨ ਰਹੇ, ਜਿਹੜੇ ਪਰਮਾਤਮਾ ਦੇ ਰੰਗ 'ਚ ਰਹਿੰਦੇ ਹਨ, ਜਿਵੇਂ ਪਰਮਾਤਮਾ ਦੀ ਖੁਸ਼ੀ ਹੈ ਉਵੇਂ ਰਹਿੰਦੇ ਹਨ। ਗੁਰ ਕੈ ਬਚਨ ਪਦਾਰਥ ਲਹੇ, ਉਹ ਗੁਰੂ ਦੇ ਬਚਨਾਂ 'ਤੇ ਚੱਲ ਕੇ ਨਾਮ ਰੂਪੀ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਓਏ ਦਾਤੇ ਦੁੱਖ ਕਾਟਣ ਹਾਰ, ਫਿਰ ਉਹ ਦਾਤੇ ਹੋ ਜਾਂਦੇ ਹਨ, ਉਹ ਜੀਵਨ ਦੇ ਦੁੱਖ ਕੱਟਣ ਵਾਲੇ ਹੋ ਜਾਂਦੇ ਹਨ। ਜਾ ਕੇ ਸੰਗ ਤਰੈ ਸੰਸਾਰ, ਉਹਨਾਂ ਦੀ ਸੰਗਤ ਕਰਕੇ ਸੰਸਾਰ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜਨ ਕਾ ਸੇਵਕ ਸੋ ਵਡ ਭਾਗੀ, ਜਿਹੜਾ ਪ੍ਰਮਾਤਮਾ ਦੇ ਭਗਤ ਦਾ ਸੇਵਕ ਹੁੰਦਾ ਨਾ, ਉਹ ਵੀ ਵੱਡੇ ਭਾਗਾਂ ਵਾਲਾ, ਵੱਡੇ ਭਾਗਾਂ ਵਾਲਾ, ਕਿਉਂਕਿ ਸੇਵਾ ਵੀ ਵੱਡੇ ਭਾਗਾਂ ਨਾਲ ਮਿਲਦੀ ਹੈ। ਬਾਅਦ ਕਿਸਮ ਬੰਦਾ ਤਾਂ ਸੇਵਾ ਹੀ ਨਹੀਂ ਕਰਦਾ, ਅਲਗ ਮੈਂ ਠੇਕਾ ਲੈ ਰੱਖਿਆ, ਠੇਕਾ ਲੈ ਰੱਖਿਆ। ਮੇਰੇ ਭਰਾ ਨੇ ਕਦੇ ਆਪਣੇ ਭਾਂਡੇ ਆਪ ਨਹੀਂ ਸਨ ਮਾਂਜੇ। ਲੰਗਰ ਜਿਹਦੇ ਲੰਗਰ ਛਕਦੇ ਸੀ, ਉਡੀਕਦੇ ਰਹੇ ਕੋਈ ਆ ਕੇ ਚੱਕ ਕੇ ਲੈ ਜੇ, ਕੋਈ ਮੈਂ ਬੈਠਾ ਤੇ ਆ ਕੇ ਭਾਂਡੇ ਮੇਰੇ ਅੱਗੇ ਧਰ ਜੇ, ਅਤੇ ਕੋਈ ਆ ਕੇ ਚੱਕ ਕੇ ਲੈ ਜੇ, ਦੇਖਦੇ ਰਹਿੰਦੇ ਸਨ। ਕੋਈ ਹੋਰ ਜਾ ਆ ਵੀ ਲੈ ਜਾਂਦਾ ਹੋਇਆ। ਸੇਵਾ ਕਿਸੇ ਆਪਣੀ ਸੇਵਾ ਨਹੀਂ ਕਰੀ, ਕਿਸੇ ਦੇ ਕਿੰਨੇ ਭਾਂਡੇ ਮਾਂਜਣੇ ਨੇ। ਜੇ ਮੈਂ ਆਪਣੇ ਭਾਂਡੇ ਆਪ ਨਹੀਂ ਮਾਂਜ ਸਕਦਾ, ਮੈਂ ਕਿਸੇ ਦੇ ਕੀ ਮਾਂਜਣੇ, ਤੁਸੀਂ ਆਪ ਅੰਦਾਜ਼ਾ ਲਾ ਲਓ। ਇਸ ਲਈ ਸੇਵਾ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਹੈ। ਪਰ ਸੇਵਕ ਕੋ ਸੇਵਾ ਬਣ ਆਈ, ਪਰ ਜਿਨ੍ਹਾਂ ਨੂੰ ਪਰਮਾਤਮਾ ਨੇ ਸੇਵਕ ਬਣਾ ਕੇ ਭੇਜਿਆ, ਸੇਵਾ ਵੀ ਉਹਨਾਂ ਨੂੰ ਫਬਦੀ ਹੈ, ਉਹੀ ਸੇਵਾ ਕਰਦੇ, ਦੂਜੇ ਨਹੀਂ ਸੇਵਾ। ਦੂਜੇ ਛੇਤੀ ਉਕਤਾ ਜਾਂਦੇ ਨੇ। ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਕਿਉਂਕਿ ਜਿਹੜਾ ਗਿਆਨ ਦੀ ਸੰਗਤ ਕਰੇਗਾ ਨਾ, ਉਹਦੇ ਪਰਮਾਤਮਾ ਲਿਵ ਲੱਗ ਜਾਏਗੀ। ਇਸ ਲਈ ਜਿਹੜਾ ਸੇਵਕ ਹੈ ਉਹ ਗਿਆਨ ਦੀ ਕਰਦਾ, ਸੰਗਤ ਸੇਵਾ ਕਰਦਾ, ਉਹਦੀ ਪਰਮਾਤਮਾ ਲਿਵ ਲੱਗ ਜਾਂਦੀ। ਇਸ ਲਈ ਵੱਡੇ ਭਾਗਾਂ ਵਾਲਾ ਹੁੰਦਾ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਜਿਹੜਾ ਪਰਮਾਤਮਾ ਦਾ ਗਿਆਨ ਹੈ, ਪਰਮਾਤਮਾ ਦਾ ਭਗਤ ਹੈ, ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ। ਗੁਰ ਪ੍ਰਸਾਦ ਨਾਨਕ ਫਲ ਪਾਵੇ, ਅਤੇ ਫਿਰ ਗੁਰੂ ਦੀ ਕਿਰਪਾ ਨਾਲ ਉਹਨੂੰ ਨਾਮ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਮੁਕਤੀ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।